ਸਾਰੇ ਹੀ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੋ ਪੱਖਾਂ ਨਾਲ ਚੱਲਦਾ ਹੈ। ਪਹਿਲਾ ਪੱਖ ਹੈ ਜੀ ਜੀਵਨ, ਜ਼ਿੰਦਗੀ, ਦੂਜਾ ਹੈ ਮੌਤ। ਇਹਨਾਂ ਦੋਵਾਂ ਦੇ ਸੁਮੇਲ ਨਾਲ ਸੰਸਾਰ ਚੱਲ ਰਿਹਾ ਹੈ। ਤੇ ਇਹ ਤੋਂ ਇਲਾਵਾ ਤੁਸੀਂ ਆਪਣੇ ਜੀਵਨ ਵਿੱਚ ਕੋਈ ਵੀ ਪੱਖ ਵੇਖੋ, ਅਗਰ ਉਹਦਾ ਦੂਜਾ ਰੂਪ ਨਾ ਹੋਵੇ, ਉਹਦਾ ਐਂਟੀ ਪੱਖ ਨਾ ਹੋਵੇ, ਤੇ ਜ਼ਿੰਦਗੀ ਬੇਰਸੀ ਹੋ ਜਾਏ। ਸਮਝਣਾ ਬੜਾ ਸੌਖਾ ਹੈ। ਜੇ ਦਿਨ ਹੈ ਤੇ ਰਾਤ ਵੀ ਹੈ ਜੀ। ਸੋਚ ਕੇ ਵੇਖੋ, ਜੇ ਦਿਨ ਹੀ ਦਿਨ ਹੋਵੇ, ਰਾਤ ਹੋਵੇ ਹੀ ਨਾ, ਇਨਸਾਨ ਪਾਗਲ ਹੋ ਜਾਏ। ਜੇ ਭੁੱਖ ਹੈ ਤੇ ਰਜੇਵਾਂ ਹੈ, ਜੇ ਸੁੱਖ ਹਨ ਤੇ ਦੁੱਖ ਹੈ, ਜੇ ਖੁਸ਼ੀ ਹੈ ਤੇ ਗਮੀ ਹੈ, ਜੇ ਹਾਸਾ ਹੈ ਤੇ ਰੋਣਾ ਵੀ ਹੈ, ਜੇ ਮਾਨ ਹੈ ਅਪਮਾਨ ਵੀ ਹੈ, ਜੇ ਕੌੜਾ ਹੈ ਤੇ ਮਿੱਠਾ ਵੀ ਹੈ। ਇਹਨਾਂ ਸਾਰੇ ਪਾਸੇ ਤੁਸੀਂ ਨਜ਼ਰ ਦੌੜਾ ਕੇ ਵੇਖੋ, ਹਰ ਚੀਜ਼ ਦੋ ਪੱਖਾਂ ਨਾਲ ਜੁੜੀ ਹੈ ਤੇ ਦੋਵੇਂ ਮਿਲ ਕੇ ਸੰਸਾਰ ਨੂੰ ਚਲਾ ਰਹੇ ਨੇ। ਤੇ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਆਪਾਂ ਰੋਜ਼ਾਨਾ ਅੰਮ੍ਰਿਤ ਬਾਣੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਤੇ ਪਾਤਸ਼ਾਹ ਉਹਦੇ ਵਿੱਚ ਗੱਲ ਕਰਦੇ ਨੇ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ, ਇਸ ਸੰਸਾਰ ਵਿੱਚ ਆ ਕੇ ਜਿਉਂ-ਜਿਉਂ ਇਹ ਉਮਰ ਜੀਵਦਾ ਹੈ, ਵੱਡਾ ਹੁੰਦਾ ਹੈ, ਸਿਆਣਾ ਹੁੰਦਾ ਹੈ, ਇਹਦਾ ਤਾਣ, ਇਹਦੀ ਸ਼ਕਤੀ, ਇਹਦੀ ਤਾਕਤ, ਇਹਦਾ ਬਾਹੂਬਲ, ਇਹਦਾ ਜ਼ੋਰ ਸੰਸਾਰ ਦੀਆਂ ਵਸਤੂਆਂ ਪਦਾਰਥਾਂ ਨੂੰ ਇਕੱਤਰ ਕਰਨ ਤੇ ਸੰਸਾਰ ਦਾ ਧਨ ਦੌਲਤ ਜੋੜਨ ਵਾਲੇ ਪਾਸੇ ਲੱਗਿਆ ਹੋਇਆ ਹੈ। ਸਾਡੀ ਸਾਰੀ ਸ਼ਕਤੀ, ਜ਼ੋਰ, ਤਾਣ ਇਸ ਗੱਲ ਤੇ ਮੈਂ ਵਧੀਆ ਜੀਵਨ ਜੀਵਾਂ, ਵਧੀਆ ਜ਼ਿੰਦਗੀ ਜੀਵਾਂ, ਲੰਮਾ ਜੀਵਨ ਜੀਵਾਂ, ਖੁਸ਼ੀਆਂ ਵਾਲਾ ਜੀਵਨ ਜੀਵਾਂ। ਮਹਾਰਾਜ ਕਹਿੰਦੇ ਠੀਕ ਹੈ, ਅਸੀਂ ਆਪਣਾ ਜ਼ੋਰ, ਤਾਕਤ, ਤਾਣ ਵਰਤ ਰਹੇ ਹਾਂ, ਠੀਕ ਹੈ, ਅਸੀਂ ਮਿਹਨਤ ਕੀਤੀ, ਉਹਦਾ ਫਲ ਮਿਲਦਾ ਹੈ। ਪਰ ਕਹਿੰਦੇ ਧਿਆਨ ਵਿੱਚ ਰੱਖਿਓ, ਦੋ ਗੱਲਾਂ ਤੇ ਸਾਡਾ ਕੋਈ ਜ਼ੋਰ ਨਹੀਂ ਹੈ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਤੁਸੀਂ ਆਪਣੇ ਜ਼ੋਰ ਨਾਲ ਧਨ ਕਮਾ ਸਕਦੇ ਹੋ, ਜ਼ਮੀਨ ਜਾਇਦਾਦ ਖਰੀਦ ਸਕਦੇ ਹੋ, ਬਾਹੂਬਲ ਅਖਤਿਆਰ ਕਰ ਸਕਦੇ ਹੋ, ਉਚੇਰੀ ਵਿੱਦਿਆ ਪ੍ਰਾਪਤ ਕਰ ਸਕਦੇ ਹੋ, ਪਰ ਜ਼ਿੰਦਗੀ ਤੇ ਮੌਤ ਇਹ ਸਾਡੇ ਹੱਥ ਵੱਸ ਵਿੱਚ ਨਹੀਂ। ਸਾਡਾ ਜ਼ੋਰ ਚੱਲ ਹੀ ਨਹੀਂ ਸਕਦਾ। ਨਾ ਸਾਡਾ ਜ਼ੋਰ ਸੰਸਾਰ ਵਿੱਚ ਆਉਣ ਤੇ ਨਾ ਸੰਸਾਰ ਤੋਂ ਜਾਣ ਤੇ ਹੈ। ਇੱਥੇ ਹੁਣ ਗੁਰੂ ਸਾਹਿਬ ਇੱਕ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਫਿਰ ਇਹਨੂੰ ਅਸੀਂ ਕਿਵੇਂ ਸਮਝੀਏ? ਕਿਉਂਕਿ ਜਿਹੜਾ ਆਮ ਬੰਦੇ ਦਾ ਸੁਭਾਅ ਹੈ, ਦੁਨੀਆ ਦੇ 95% ਲੋਕ ਉਹ ਇਹਨਾਂ ਦੋਵਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਵੇਖਦੇ ਨੇ। ਥੋੜ੍ਹੀ ਜਿਹੀ ਇਕਾਗਰਤਾ ਬਣਾਓ। ਸੰਸਾਰ ਵਿੱਚ ਕੋਈ ਖੁਸ਼ੀ ਹੋਵੇ, ਕੋਈ ਪ੍ਰਾਣੀ ਆਇਆ ਹੈ, ਬੱਚੇ ਦਾ ਜਨਮ ਹੋਇਆ ਜਾਂ ਸਾਡਾ ਵੀ ਜਨਮ ਹੋਇਆ, ਆਉਣ ਵਾਲੇ ਸਾਲਾਂ 'ਚ ਬੱਚਿਆਂ ਦੇ ਸੰਸਾਰ 'ਚ ਜਨਮ ਹੁੰਦੇ ਨੇ ਤੇ ਆਪਾਂ ਬੜੀ ਖੁਸ਼ੀ ਮਨਾਉਂਦੇ ਹਾਂ। ਹੱਸ-ਹੱਸ ਗਾਵੇ ਸਭ ਪਰਵਾਰਾ, ਵਧਾਈਆਂ ਦਿੱਤੀਆਂ ਜਾਂਦੀਆਂ ਨੇ। ਪਰ ਮਾਲਕ ਦਾ ਦੂਜਾ ਭਾਣਾ ਵਰਤਦਾ, ਹੁਕਮ ਵਰਤਦਾ, ਉਹੀ ਜੀਵ ਸੰਸਾਰ ਤੋਂ ਚਲਾ ਜਾਏ ਤੇ ਅਸੀਂ ਰੁਦਨ ਕਰਦੇ ਹਾਂ, ਰੋਂਦੇ ਹਾਂ, ਦੁਖੀ ਹੁੰਦੇ ਹਾਂ। ਪਰ ਬਾਬਾ ਜੀ ਕਹਿੰਦੇ ਵੀ ਅਸਲ ਵਿੱਚ ਹੁਣ ਜ਼ੋਰ ਤੇ ਦੋਵਾਂ ਪਾਸੇ ਕੋਈ ਨਹੀਂ, ਵਰਤਿਆ ਦੋਵੇਂ ਪਾਸੇ ਭਾਣਾ ਹੈ। ਭਾਵੇਂ ਜਨਮ ਹੋਇਆ ਤੇ ਉੱਥੇ ਮਹਾਰਾਜ ਨੇ ਸ਼ਬਦ ਭਾਣਾ ਵਰਤਿਆ, ਭਾਵੇਂ ਮੌਤ ਹੋਈ ਤਾਂ ਵੀ ਸ਼ਬਦ ਭਾਣਾ ਵਰਤਿਆ। ਤੇ ਆਪ ਜੀ ਧਿਆਨ ਦਿਓ, ਕਦੀ ਕਦੀ ਆਪਾਂ ਦੇਖਦੇ ਹਾਂ ਜਦੋਂ ਕਿਤੇ ਐਸੀ ਖੇਡ ਵਰਤਦੀ ਹੈ, ਮਾਲਕ ਦੀ ਤੇ ਖੇਡ ਹੀ ਹੈ, ਆਵਣ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਕਹਿੰਦੇ ਉਹਨੇ ਆਉਣਾ ਤੇ ਜਾਣਾ, ਜੀਵਾਂ ਦਾ ਆਉਣਾ ਜਾਣਾ, ਜੰਮਣ ਮਰਨਾ ਉਹਦੇ ਲਈ ਇੱਕ ਖੇਡ ਹੈ ਤੇ ਖੇਡ ਵਿੱਚ ਹਾਰ ਜਿੱਤ ਹੁੰਦੀ ਹੈ। ਕਹਿੰਦੇ ਪਰ ਜਿਹੜਾ ਸੰਸਾਰ ਦਾ ਪ੍ਰਾਣੀ ਹੈ, ਉਹ ਜਦੋਂ ਆਉਂਦਾ ਹੈ, ਜਦੋਂ ਜਨਮ ਹੁੰਦਾ, ਜਨਮ ਤੇ ਬੜਾ ਖੁਸ਼ ਹੁੰਦਾ ਤੇ ਉੱਥੇ ਕਹਿੰਦਾ ਵਾਹ ਜੀ ਵਾਹ, ਰੱਬ ਨੇ ਬੜੀ ਚੰਗੀ ਦਾਤ ਦਿੱਤੀ। ਪਰ ਜਦੋਂ ਮਾਲਕ ਮਿਹਰ ਕਰਕੇ ਉਹੀ ਦਾਤ ਵਾਪਸ ਲੈ ਲੈ, ਕਹਿੰਦੇ ਰੋਣ ਪਿੱਟਣ ਕਰਦਾ, ਹਾਏ ਜੀ ਇਹ ਲੈ ਕਿਉਂ ਗਿਆ। ਆਮ ਬੰਦੇ ਦੀ ਗੱਲ ਕਰ ਰਿਹਾ ਮੈਂ। ਤੁਸੀਂ 95% ਸੰਸਾਰ ਦੇ ਲੋਕਾਂ ਨੂੰ ਵੇਖੋ, ਉਹ ਇੱਥੇ ਤੱਕ ਸੀਮਤ ਨੇ। ਉਹ ਕਹਿੰਦੇ ਵੀ ਰੱਬ ਜੋ ਦੇ ਦੇ ਨਾ, ਬਸ ਉਹ ਮੇਰੇ ਕੋਲੋਂ ਪਰਤ ਕੇ ਕਦੀ ਲਏ ਨਾ, ਕਦੀ ਖੋਵੇ ਨਾ, ਉਹ ਮੇਰਾ ਹੀ ਬਣ ਕੇ ਰਹਿ। ਤੇ ਗੁਰੂ ਸਾਹਿਬ ਕਹਿੰਦੇ ਇਹ ਜਿਹੜੀ ਪ੍ਰਵਿਰਤੀ ਹੈ ਨਾ, ਮੈਂ ਅਤੇ ਮੇਰੇ ਦੀ, ਅਸਲ ਵਿੱਚ ਦੁੱਖ ਦਾ ਕਾਰਨ ਇਹ ਪ੍ਰਵਿਰਤੀ ਹੈ। ਵਸਤੂ ਦਾ ਆਉਣਾ ਜਾਣਾ ਦੁਖੀ ਨਹੀਂ ਕਰਦਾ,
ਜਿਹੜੀ ਮੈਂ ਤੇ ਮੇਰੀ ਪ੍ਰਵਿਰਤੀ ਹੈ ਨਾ ਜੁੜੀ, ਮੇਰੇ ਮਨ ਦੇ ਵਿੱਚ ਜਿਹੜੀ ਮੇਰੀ ਸੋਚ ਹੈ ਕਿ ਹਾਏ ਜੀ ਇਹ ਮੇਰੀ ਹੈ, ਹਾਏ ਇਹ ਮੈਂ ਕਰਦਾ, ਇਹ ਮੇਰੀ ਹੈ, ਮੇਰੀ ਤੋਂ ਕੋਈ ਖੋਹ ਨਾ ਲਵੇ, ਮੇਰੇ ਤੇ ਕੋਈ ਲੈ ਨਾ ਜਾਵੇ, ਮੈਨੂੰ ਕੋਈ ਘੱਟ, ਇਹ ਮੈਂ ਤੇ ਮੇਰੀ, ਇਹ ਦੋ ਸ਼ਬਦ ਨੇ। ਦੁੱਖਾਂ ਦਾ ਕਾਰਨ ਇਹ ਸ਼ਬਦ ਤੇ ਇਹ ਸੋਚ ਹੈ, ਇਹ ਸੋਚ ਹੈ। ਬਾਬਾ ਜੀ ਨੇ ਕਿਰਪਾ ਕੀਤੀ, ਉਹ ਬਾਣੀ ਵਿੱਚੋਂ, ਬਾਣੀ ਰਾਹੀਂ, ਬਾਣੀ ਦੇ ਜ਼ਰੀਏ ਸਾਡੀ ਇਸ ਸੋਚ ਨੂੰ ਬਦਲ ਰਹੇ ਨੇ। ਕਹਿੰਦੇ ਵੀ ਅਸੀਂ ਸਿੱਖ ਮੈਂ ਤੇ ਮੇਰੀ ਤੇ ਨਹੀਂ ਖੜਦਾ। ਉਹ ਕਹਿੰਦਾ ਪਾਤਸ਼ਾਹ ਜੋ ਦਾਤ ਹੈ ਤੇਰੀ ਹੈ, ਤੂੰ ਦਿੱਤੀ ਹੈ, ਮੇਰੇ ਕੋਲ ਕੇਵਲ ਅਮਾਨਤ ਲਈ ਹੈ, ਬਸ ਅਮਾਨਤ ਮੈਂ ਸਾਂਭੀ ਹੈ ਕੁਝ ਸਮੇਂ ਲਈ, ਮੈਂ ਖੁਦ ਵੀ ਤੇਰੀ ਅਮਾਨਤ ਹਾਂ ਤੇ ਮੈਨੂੰ ਮੇਰੇ ਮਾਂ-ਬਾਪ ਸੰਭਾਲ ਰਹੇ ਨੇ, ਤੇ ਜਿਹੜੀ ਅੱਗੇ ਮੇਰੇ ਘਰ ਸੰਤਾਨ ਆਉਣੀ ਹੈ ਉਹ ਵੀ ਤੇਰੀ ਅਮਾਨਤ ਹੈ, ਉਹਦੀ ਪਰਵਰਿਸ਼ ਤੇ ਸਾਂਭ ਸੰਭਾਲ ਦੀ ਡਿਊਟੀ ਮੇਰੀ ਲਾਈ ਹੈ। ਪਰ ਜਦੋਂ ਤੈਨੂੰ ਚਾਹੇ ਤੂੰ ਅਮਾਨਤ ਵਾਪਸ ਲੈਣ ਆਵੇਂ ਤੇ ਮੈਂ ਕੌਣ ਹੁੰਨਾ ਉਹ ਤੇ ਹੱਕ ਜਤਾਉਣ ਵਾਲਾ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਓ ਕੀਜੈ। ਆਪਾਂ ਸਾਰੇ ਜੀਵੀ ਵਸਤੂ ਹਾਂ। ਕਹਿੰਦੇ ਜਿਹਦੀ ਵਸਤੂ ਸੀ, ਜਿਹੜਾ ਇਹਦਾ ਅਸਲ ਵਿੱਚ ਮਾਲਕ ਹੈ, ਜਦੋਂ ਉਹ ਆਪਣੀ ਵਸਤੂ ਨੂੰ ਵਾਪਸ ਲੈਂਦਾ ਹੈ ਤੇ ਹੇ ਮੂਰਖ ਬੰਦੇ ਫਿਰ ਤੂੰ ਰੁਦਨ ਕਿਉਂ ਕਰਦਾ ਹੈ, ਤੂੰ ਰੋਸ ਕਿਉਂ ਕਰਦਾ ਹੈ, ਤੂੰ ਮਾਲਕ ਅੱਗੇ ਦੁਖੀ ਕਿਉਂ ਹੋ ਕੇ ਬੈਠਾ ਹੈ। ਤੈਨੂੰ ਖੁਸ਼ ਹੋਣਾ ਚਾਹੀਦਾ ਵੀ ਮਾਲਕ ਜੀ ਤੁਸੀਂ ਮਿਹਰ ਕੀਤੀ, ਅੱਜ ਜਿਹੜੀ ਵਸਤੂ ਮੈਨੂੰ ਅਮਾਨਤ ਦੇ ਰੂਪ ਵਿੱਚ ਕੁਝ ਸਮੇਂ ਲਈ ਸੰਭਾਲਣ ਵਾਸਤੇ ਦਿੱਤੀ ਸੀ, ਅੱਜ ਤੁਸੀਂ ਵਾਪਸ ਮੰਗੇ ਤੇ ਮੈਂ ਖੁਸ਼ੀ ਖੁਸ਼ੀ ਸਹੀ ਸਲਾਮਤ ਤੁਹਾਡੀ ਵਸਤੂ ਤੁਹਾਨੂੰ ਵਾਪਸ ਕਰ ਦਿੱਤੀ, ਮੇਰੀ ਜ਼ਿੰਮੇਵਾਰੀ ਖਤਮ। ਸ਼ੁਕਰ ਹੈ ਤੁਹਾਡੀ ਦਾਤ ਮੈਂ ਤੁਹਾਡੇ ਤੱਕ ਵਾਪਸ ਪਹੁੰਚਾ ਸਕਿਆ। ਤੇ ਦੂਜੇ ਪਾਸੇ ਗੁਰੂ ਸਾਹਿਬ ਨੇ ਆਖਿਆ ਵੀ ਪਰ ਜਿਹੜਾ ਸੰਸਾਰ ਹੈ ਉਹ ਇਸ ਗੱਲ ਨੂੰ ਸਮਝ ਨਹੀਂ ਪਾਉਂਦਾ। ਕਿਉਂ? ਆਮ ਇਨਸਾਨ ਜਿਹੜਾ ਹੁੰਦਾ ਨਾ, ਉਹ ਮੋਹ ਵਿੱਚ, ਮਾਇਆ ਵਿੱਚ, ਹੰਗਤਾ ਵਿੱਚ, ਹੰਕਾਰ ਵਿੱਚ, ਮੇਰ ਤੇਰ ਵਿੱਚ ਫਸ ਕੇ ਜੀਵਨ ਜਿਉਂਦਾ ਹੈ। ਸਾਰੀ ਜ਼ਿੰਦਗੀ ਬਾਬਾ ਕਬੀਰ ਜੀ ਦੇ ਮੁਤਾਬਿਕ ਮੇਰੀ ਮੇਰੀ ਕਰਤੇ ਜਨਮ ਗਇਓ, ਸ਼ਾਇਰ ਸੋਖ ਭੁਜੰਗ ਬਲਿਓ। ਸਾਰੀ ਉਮਰ ਮੇਰੀ ਮੇਰੀ ਮੈਂ ਕਰਦਿਆਂ ਗੁਜ਼ਰ ਗਈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਬਾਬਾ ਕਬੀਰ ਜੀ ਕਹਿੰਦੇ ਅਸੀਂ ਬੜਾ ਸੋਹਣਾ ਢੰਗ ਲੱਭ ਲਿਆ ਬਈ ਆਪਾਂ ਨੂੰ ਹੁਣ ਕਿਸੇ ਗੱਲ ਦੀ ਚਿੰਤਾ ਹੀ ਨਹੀਂ। ਪੁੱਛਿਆ ਜੀ ਕਿਉਂ? ਕਹਿੰਦੇ ਆਪਾਂ ਮੇਰੇ ਦੀ ਮੋਹਰ ਹੀ ਹਟਾ ਲਈ ਹੈ। ਦੇਖੋ ਹਕੀਕਤ ਹੈ ਦਾਤਾਂ ਤੇ ਸਾਰੀਆਂ ਮਾਲਕ ਦੀਆਂ ਨੇ। ਆ ਸੰਸਾਰ ਵਿੱਚ ਜੋ ਕੁਝ ਸਾਨੂੰ ਮਿਲਿਆ, ਘਰ ਪਰਿਵਾਰ, ਜ਼ਮੀਨ ਜਾਇਦਾਦ, ਕਾਰੋਬਾਰ, ਦੀਨ ਦੁਨੀਆ ਦੇ ਸਾਜੋ ਸਮਾਨ, ਇੱਥੋਂ ਤੱਕ ਆ ਸਰੀਰ ਹੈ ਤੇ ਸਭ ਉਸੇ ਦਾ ਹੈ। ਪਰ ਬੰਦੇ ਨੇ ਭਰਮ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ ਮੋਹਰ ਆਪਣੇ ਨਾਂ ਦੀ ਲਾ ਦਿੱਤੀ ਹੈ। ਅਸੀਂ ਪੜ੍ਹੀ ਜਾਂਦੇ ਹਾਂ ਵੀ ਤਨ ਮਨ ਧਨ ਸਭ ਤੇਰਾ, ਪਰ ਅਗਲੀ ਗੱਲ ਪਤਾ ਕੀ ਕਹਿੰਦੇ? ਜੀ ਉੱਤੇ ਕਬਜ਼ਾ ਰਹੇਗਾ ਮੇਰਾ। ਵੀ ਹੈ ਤੇ ਤੇਰਾ ਪਰ ਕਬਜ਼ਾ ਮੇਰਾ ਹੈ, ਮੋਹਰ ਮੇਰੇ ਨਾਂ ਦੀ ਲੱਗੇਗੀ। ਇਹ ਮੈਂ ਕੀਤਾ, ਮੈਂ ਬਣਾਇਆ, ਮੈਂ ਸਮਝਦਾ, ਮੈਂ ਕਰਦਾ, ਬਸ ਆ ਜਿਹੜੀ ਮੋਹਰ ਹੈ ਬਾਬਾ ਜੀ ਕਹਿੰਦੇ ਅਸੀਂ ਹਟਾ ਦਿੱਤੀ। ਤੇ ਉਹ ਤੋਂ ਬਾਅਦ ਬੜਾ ਆਨੰਦ ਬਣ ਗਿਆ, ਬੜਾ ਸੁੱਖ ਬਣਿਆ ਜੀ ਜੀਵਨ 'ਚ। ਪੁੱਛਿਆ ਬਾਬਾ ਜੀ ਕੀ ਕੀਤਾ? ਕਹਿੰਦੇ ਮੈਂ ਇਹ ਕੀਤਾ, ਮੈਂ ਮਾਲਕ ਦੇ ਚਰਨਾਂ 'ਚ ਬੇਨਤੀ ਲਾ ਦਿੱਤੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਬਸ ਆਹ ਗੱਲ ਦੀ ਕਮਾਈ ਕਰਦਿਆਂ ਕਹਿੰਦੇ ਜੀਵਨ 'ਚ ਆਨੰਦ ਭਰਨਾ ਸ਼ੁਰੂ ਹੋ ਗਿਆ। ਹੈ ਸਭ ਕੁਝ ਤੇਰਾ ਹੈ, ਪਰ ਮੇਰੀ ਸੋਚ ਸੀ ਵੀ ਮੇਰਾ ਹੈ। ਉਹ ਜਿਹੜੀ ਮੇਰੀ ਸੋਚ ਸੀ, ਜਿਹੜਾ ਮੇਰਾ ਭਰਮ ਸੀ, ਜਿਹੜਾ ਮੇਰਾ ਭੁਲੇਖਾ ਸੀ, ਜਿਹੜਾ ਮੇਰਾ ਅਗਿਆਨ ਸੀ ਜਾਂ ਅੰਦਰ ਅੰਧਕਾਰ ਸੀ, ਉਹਨੂੰ ਮੈਂ ਖਤਮ ਕਰ ਦਿੱਤਾ ਤੇਰੇ ਗਿਆਨ ਨਾਲ, ਤੇਰੇ ਸ਼ਬਦ ਨਾਲ। ਹੁਣ ਸਭ ਕੁਝ ਤੇਰਾ ਤੇ ਤੇਰਾ ਤੈਨੂੰ ਸੌਂਪਤਾ, ਪਿੱਛੇ ਮੇਰਾ ਰਹਿ ਕੇ ਗਿਆ। ਜੇ ਮੇਰਾ ਹੈ ਕੁਝ ਨਹੀਂ ਤੇ ਫਿਰ ਮੈਂ ਉਸ ਚੀਜ਼ ਦਾ ਦੁੱਖ ਵੀ ਕਿਉਂ ਮਨਾਵਾਂ? ਸੋਚ ਬਦਲੀ ਹੈ, ਜ਼ਰੀਆ ਆਪਾਂ ਬਣਦੇ ਹਾਂ। ਹੁਣ ਇਹਦਾ ਅਰਥ ਇਹ ਵੀ ਨਹੀਂ ਹੈ ਕਿ ਜੋ ਪ੍ਰਾਣੀ ਸੰਸਾਰ 'ਚ ਆਇਆ ਹੈ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਰਿਸ਼ਤਾ ਹੈ, ਸੰਬੰਧ ਹੈ, ਔਰ ਬੜਾ ਗਹਿਰਾ ਰਿਸ਼ਤਾ ਹੁੰਦਾ ਜੀ ਮਾਂ ਬਾਪ ਤੇ ਸੰਤਾਨ ਦਾ। ਸੰਸਾਰ ਦੇ ਬਾਕੀ ਰਿਸ਼ਤੇ ਫਿੱਕੇ ਪੈ ਸਕਦੇ ਨੇ, ਟੁੱਟ ਸਕਦੇ ਨੇ, ਰਿਸ਼ਤੇ ਕਮਜ਼ੋਰ ਪੈ ਜਾਂਦੇ ਨੇ, ਰਿਸ਼ਤੇ ਬਦਲ ਜਾਂਦੇ ਨੇ। ਪਰ ਮਾਂ ਬਾਪ ਤੇ ਸੰਤਾਨ ਦਾ ਇੱਕੋ ਰਿਸ਼ਤਾ ਜਿਹੜਾ ਕਦੀ ਬਦਲਦਾ ਨਹੀਂ, ਟੁੱਟਦਾ ਨਹੀਂ। ਇਹ ਰਿਸ਼ਤਾ ਚੱਲੇਗਾ। ਬੱਚੇ ਵੱਡੇ ਹੋ ਕੇ ਮਾਂ ਬਾਪ ਤੋਂ ਅਲੱਗ ਬੇਸ਼ੱਕ ਹੋ ਜਾਣ, ਦੇਸ਼ ਦੀ ਬਜਾਏ ਪ੍ਰਦੇਸ਼ਾਂ ਵਿੱਚ ਰਹਿੰਦੇ ਨੇ, ਪਰ ਉੱਥੇ ਵੀ ਉਹਨਾਂ ਨੂੰ ਜਦੋਂ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ, ਨਾ ਆਪਣੇ ਮਾਂ ਬਾਪ ਦਾ ਹੀ ਲਿਖਣਾ ਪੈਂਦਾ ਹੈ। ਉਹ ਇਹ ਨਹੀਂ ਵੀ ਉੱਥੇ ਜਾ ਕੇ ਕਿਸੇ ਹੋਰ ਨੂੰ ਬਾਪ ਬਣਾ ਲੈਣਗੇ, ਮਾਂ ਕੋਈ ਹੋਰ ਹੋ ਜਾਏਗੀ। ਦੇਸ਼ ਬਦਲ ਗਿਆ ਤੇ ਮਾਂ ਬਾਪ ਬਦਲ ਕੇ ਕਦੀ ਨਹੀਂ ਹੁੰਦਾ। ਦੁਨੀਆ ਜਹਾਨ ਬਦਲ ਲਓ,
ਪਰ ਮਾਂ ਬਾਪ ਦਾ ਨਾਮ ਤੁਹਾਡੇ ਨਾਲ ਚੱਲੇਗਾ। ਤੇ ਮਾਂ ਬਾਪ ਨੂੰ ਰੱਬ ਦਾ ਦੂਜਾ ਰੂਪ ਵੀ ਆਖਿਆ ਜਾਂਦਾ ਹੈ। ਬੇਸ਼ੱਕ ਅਸੀਂ ਮਾਂ ਦੀ ਗੱਲ ਕਰਦੇ ਹਾਂ, ਪਰ ਦੋਵਾਂ ਦਾ ਰਿਸ਼ਤਾ ਬਰਾਬਰ ਹੈ। ਤਾਂ ਹੁਣ ਜਿਸ ਮਾਂ ਬਾਪ ਨੇ ਆਪਣੀ ਔਲਾਦ ਨੂੰ ਜਨਮ ਦਿੱਤਾ, ਉਹਦੀ ਪਰਵਰਿਸ਼ ਕੀਤੀ, ਪਾਲਿਆ ਪੋਸਿਆ, ਯਕੀਨਨ ਉਹਦਾ ਸੰਸਾਰ ਤੋਂ ਮਾਂ ਬਾਪ ਤੋਂ ਪਹਿਲਾਂ ਚਲੇ ਜਾਣਾ ਇਹ ਬੜਾ ਦੁਖਦਾਈ ਪੱਖ ਹੈ। ਇਹ ਦੁੱਖ ਹੈ, ਇਹ 'ਚ ਕੋਈ ਸ਼ੱਕ ਨਹੀਂ। ਮਹਾਰਾਜ ਨੇ ਕਿਹਾ ਵੀ ਹੈ, ਪਰ ਅਸੀਂ ਉਸ ਮਾਲਕ ਦੇ ਚਰਨਾਂ ਨਾਲ ਜੁੜਨ ਵਾਲੀਆਂ ਰੂਹਾਂ ਹਾਂ। ਅਸੀਂ ਉਹਦੇ ਭਾਣੇ ਨੂੰ ਸੱਤ ਕਰਕੇ ਮੰਨਣ ਵਾਲੇ ਹਾਂ। ਲੋਕੀ ਮੌਤ ਨੂੰ ਭਾਣਾ ਆਖਦੇ ਨੇ, ਪਰ ਗੁਰੂ ਨਾਨਕ ਦਾ ਸਿੱਖ ਕਹਿੰਦਾ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਸਿੱਖ ਜਨਮ ਨੂੰ ਵੀ ਭਾਣਾ ਮੰਨਦਾ, ਕਿਉਂਕਿ ਸਿੱਖ ਦੋਵੇਂ ਪਾਸੇ ਰੱਬ ਦਾ ਮਾਲਕ ਦਾ ਹੁਕਮ ਤੇ ਉਹਦਾ ਭਾਣਾ ਹੀ ਮੰਨਦਾ ਹੈ। ਜਨਮ ਹੈ ਉਹਦਾ ਭਾਣਾ ਤੇ ਮੌਤ ਵੀ ਹੈ ਉਹਦਾ ਭਾਣਾ। ਹੁਣ ਜਦੋਂ ਭਾਣਾ ਮੰਨੋਗੇ, ਇਹਦੇ ਵਿੱਚ ਇੱਕ ਤੀਜੀ ਚੀਜ਼ ਬੜੀ ਵਧੀਆ ਨਿਕਲ ਕੇ ਆਉਂਦੀ ਹੈ। ਇਹ ਪ੍ਰਾਇਆਵਾਚੀ 3-4 ਸ਼ਬਦ ਨੇ ਜੀ। ਭਾਣਾ ਹੈ, ਹੁਕਮ ਹੈ, ਰਜ਼ਾ ਹੈ, ਜਾਂ ਅਸੀਂ ਮੰਨਦੇ ਜੋ ਮਾਲਕ ਨੇ ਕੀਤਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੀ। ਬਾਬਾ ਜੀ ਕਹਿੰਦੇ ਨੇ, ਕਹਿੰਦੇ ਮੈਂ ਤੇ ਜੋ ਵੇਖ ਰਿਹਾ ਤੇਰੇ ਹੁਕਮ ਵਿੱਚ ਹੋ ਰਿਹਾ ਤੇ ਚੰਗਾ ਹੀ ਹੈ, ਕਿਉਂਕਿ ਤੂੰ ਮਾੜਾ ਕਦੀ ਕਿਸੇ ਦਾ ਕਰਦਾ ਹੀ ਕੋਈ ਨਹੀਂ। ਸਾਨੂੰ ਮਾੜਾ ਲੱਗ ਸਕਦਾ ਹੈ, ਅਸੀਂ ਉਹਨੂੰ ਮਾੜਾ ਸਮਝ ਸਕਦੇ ਹਾਂ, ਪਰ ਬਾਬਾ ਜੀ ਕਹਿੰਦੇ ਹੁੰਦਾ ਨਹੀਂ। ਹੁੰਦਾ ਉਹੀ ਹੈ ਜੋ ਤੈਨੂੰ ਪਾਉਂਦਾ, ਤੇ ਉਹ ਚੰਗੇ ਵਾਸਤੇ ਹੁੰਦਾ ਹੈ। ਬਸ ਇਸ ਚੀਜ਼ ਨੂੰ ਹੁਣ ਕਿਵੇਂ ਸਮਝਾਂਗੇ? ਬਾਬਾ ਜੀ ਕਹਿੰਦੇ ਜਿਹੜਾ ਹੁਕਮ ਦਾ ਪਾਠ ਪੜ੍ਹ ਜਾਏ, ਰਜ਼ਾ ਦਾ ਪਾਠ ਪੜ੍ਹ ਲਏ, ਭਾਣੇ ਦਾ ਪਾਠ ਪੜ੍ਹ ਲਏ, ਉਹ ਕਦੀ ਉਲਾਮੇ ਗਿਲੇ ਸ਼ਿਕਵੇ ਨਹੀਂ ਦਿੰਦਾ। ਬਸ ਆਹ ਫਰਕ ਪੈ ਜਾਂਦਾ। ਉਹ ਕਹਿੰਦਾ ਵੀ ਨਹੀਂ ਜੀ, ਜਨਮ ਵੀ ਮੌਤ ਤੇ ਮੌਤ ਵੀ ਮੌਤ, ਜਨਮ ਵੀ ਪਾਣਾ ਤੇ ਮਰਨ ਵੀ ਪਾਣਾ। ਨਾ ਮੇਰਾ ਜੀਵਨ ਤੇ ਜ਼ੋਰ ਤੇ ਨਾ ਮੇਰਾ ਮਰਨ ਤੇ ਜ਼ੋਰ, ਤੇ ਮੈਂ ਰੋਸ ਕਿਸ ਗੱਲ ਦਾ ਕਰਾਂ। ਹੁਣ ਸੰਸਾਰੀ ਬੰਦੇ ਦੀ ਉਮਰ ਰੋਸ ਬਤੀਤ ਕਰਦੇ ਆ, ਰੱਬ ਨੂੰ ਉਲਾਮੇ ਗਿਲੇ ਸ਼ਿਕਵੇ ਦਿੰਦਿਆਂ ਬਤੀਤ ਹੁੰਦੀ ਹੈ। ਪਰ ਗੁਰਸਿੱਖ ਦੀ ਉਮਰ, ਗੁਰਸਿੱਖ ਦੀ ਆਰਜਾ, ਗੁਰਸਿੱਖ ਦਾ ਜੀਵਨ ਮਾਲਿਕ ਦੇ ਚਰਨਾਂ ਵਿੱਚ ਜੁੜ ਕੇ ਸ਼ੁਕਰਾਨੇ ਵਿੱਚ ਬਤੀਤ ਹੁੰਦਾ ਹੈ। ਸੰਸਾਰੀ ਬੰਦਾ ਸ਼ਿਕਵਾ ਕਰਦਾ ਹੈ, ਗੁਰਸਿੱਖ ਸ਼ੁਕਰਾਨਾ ਕਰਦਾ ਹੈ। ਮੈਂ ਜਿਹੜੀ ਬੇਨਤੀ ਤੁਹਾਨੂੰ ਆਰੰਭ ਵਿੱਚ ਕੀਤੀ ਕਿ ਅਸੀਂ ਸਤਿਗੁਰੂ ਦੇ ਸ਼ਬਦ ਤੋਂ, ਗੁਰੂ ਦੇ ਹੁਕਮ ਨੂੰ, ਰਜ਼ਾ ਨੂੰ, ਭਾਣੇ ਨੂੰ ਸਮਝਦੇ ਹਾਂ ਜਦੋਂ ਬਤੀਤ ਕਰਾਂਗੇ ਜੀਵਨ, ਤੇ ਉਦੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਚੀਜ਼ਾਂ ਮਨਫੀ ਹੋ ਜਾਣਗੀਆਂ। ਹੈ ਜੀਵਨ ਦੋਵੇਂ ਪੱਖੀ ਹੈ। ਇੱਥੇ ਜਨਮ ਵੀ ਚੱਲੇਗਾ, ਮੌਤ ਵੀ ਰਹੇਗੀ, ਦਿਨ ਵੀ ਆਏਗਾ, ਰਾਤ ਵੀ ਆਏਗੀ, ਖੁਸ਼ੀ ਵੀ ਆਏਗੀ, ਗਮੀ ਵੀ ਆਏਗੀ, ਵਾਧੇ ਵੀ ਪੈਣਗੇ, ਘਾਟੇ ਵੀ ਹੋਣਗੇ। ਇੱਥੇ ਉਪਮਾ ਵੀ ਹੋਏਗੀ, ਇੱਥੇ ਨਿੰਦਾ ਵੀ ਹੋਏਗੀ, ਤੌਹੀਨ ਵੀ ਹੋਏਗੀ, ਪਰ ਗੁਰਸਿੱਖ ਦੋਵਾਂ ਤੋਂ ਹੀ ਉੱਪਰ ਉੱਠ ਜਾਏਗਾ। ਉਹ ਜਾਂ ਤੇ ਦੋਵਾਂ ਨੂੰ ਰੱਬ ਦਾ ਭਾਣਾ, ਜਾਂ ਕਹੇਗਾ ਵੀ ਦੋਵਾਂ ਤੋਂ ਮੈਂ ਉੱਪਰ ਹਾਂ, ਮੈਨੂੰ ਮੇਰੇ ਤੇ ਦੋਵਾਂ ਦਾ ਅਸਰ ਹੀ ਕੋਈ ਨਹੀਂ। ਹੁਣ ਆਪਾਂ ਇਸ ਚੀਜ਼ ਨੂੰ ਸਮਝ ਸਕੀਏ, ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਕਿਰਪਾ ਕੀਤੀ ਜੀ। ਉਹ ਕਹਿੰਦੇ ਵੀ ਆਹ ਜਿਹੜੀ ਸਾਰੀ ਖੇਡ ਹੈ ਨਾ, ਕਿਤੇ ਦੁੱਖ ਨੇ, ਕਿਤੇ ਸੁੱਖ ਨੇ, ਕਿਤੇ ਖੁਸ਼ੀਆਂ ਨੇ, ਕਿਤੇ ਗਮੀਆਂ ਨੇ, ਕਿਤੇ ਨਿੰਦਾ ਹੋ ਰਹੀ ਹੈ, ਕਿਤੇ ਉਸਤਤ, ਕਿਤੇ ਮਾਨ, ਕਿਤੇ ਅਪਮਾਨ, ਇਹ ਸਾਰੀ ਇੱਕ ਸੰਸਾਰ ਦੇ ਵਿੱਚ ਮਾਲਿਕ ਦੀ ਖੇਡ ਵਰਤ ਰਹੀ ਹੈ। ਤੇ ਅਸੀਂ ਜਿੰਨਾ ਚਿਰ ਇਹਨੂੰ ਸਮਝਾਂਗੇ ਨਹੀਂ, ਸਾਡੇ ਜੀਵਨ ਵਿੱਚ ਮਾਲਿਕ ਦੀ ਬਖਸ਼ਿਸ਼ ਆਈ ਕੋਈ ਨਹੀਂ ਸਕਦੀ। ਅਸੀਂ ਉਹਦੇ ਤੱਕ ਪਹੁੰਚਣਾ। ਜੀਵਨ ਦਾ ਮਨੋਰਥ ਕੀ ਹੈ ਸਾਰਿਆਂ ਦਾ, ਜਿਹੜਾ ਪ੍ਰਾਣੀ ਸੰਸਾਰ 'ਚ ਆਇਆ, ਮਹਾਰਾਜ ਕਹਿੰਦੇ ਸਭਨਾਂ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਹੁਣ ਉਹ ਮਿਲਾਪ ਕਿਵੇਂ ਹੋਵੇ, ਉਹਦੇ ਵਿੱਚ ਲੀਨ ਕਿਵੇਂ ਹੋਈਏ, ਕਿਵੇਂ ਜੁੜੀਏ? ਮਹਾਰਾਜ ਕਹਿੰਦੇ ਇੱਕ ਤਰੀਕਾ ਹੈ, ਇੱਕ ਤਰੀਕਾ ਦੱਸਣ ਲੱਗਿਆ, ਜੁਗਤੀ ਦੱਸਣ ਲੱਗਿਆ। ਕੀ ਹੈ? ਆਹ ਸ਼ਬਦ ਕਿਤੇ ਸਾਡੀ ਪਕੜ ਵਿੱਚ ਆ ਜਾਏ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਖਿਆਲ ਵਿੱਚ ਰੱਖਣਾ, ਜਿਤਨੀ ਮਹਾਰਾਜ ਜੀ ਦੀ ਬਾਣੀ ਹੈ, 57 ਸ਼ਲੋਕ ਤੇ 59 ਸ਼ਬਦ, ਟੋਟਲ ਗਿਣਤੀ 116। ਇਹਨਾਂ ਵਿੱਚੋਂ ਗੁਰੂ ਸਾਹਿਬ ਨੇ ਇਨਸਾਨੀ ਜ਼ਿੰਦਗੀ ਤੇ ਮੌਤ ਨੂੰ ਮੁੱਖ ਰੱਖ ਕੇ ਸ਼ਬਦ ਸੰਬੋਧਨ ਕੀਤੇ ਨੇ। ਵੀ ਬੰਦਾ ਸੰਸਾਰ ਵਿੱਚ ਕੀ ਕਰਨ ਆਇਆ ਸੀ। ਆਰੰਭ ਵਾਲਾ ਸ਼ਲੋਕ ਪੜ੍ਹਦੇ ਹਾਂ ਵੀ ਗੁਣ ਗਾਉਣ ਆਇਆ ਸੀ ਪਰ ਗਾਏ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋਮੀ। ਕਹਿੰਦੇ ਮੱਛੀ ਬਣ ਜਾ, ਮੱਛੀ, ਤੇਰਾ ਜੀਵਨ ਮਛਲੀ ਵਰਗਾ ਹੋ ਜਾਏ, ਅਵਸਥਾ ਵੈਸੀ ਬਣ ਜਾਏ, ਸੁਰਤ ਵੈਸੀ ਬਣ ਜਾਏ। ਮਛਲੀ ਪਾਣੀ ਤੋਂ ਬਿਨਾਂ ਇੱਕ ਪਲ ਨਹੀਂ ਜੀ ਸਕਦੀ। ਸਿੱਖਾ, ਤੇਰੀ ਅਵਸਥਾ ਵੈਸੀ ਬਣ ਜਾਏ, ਤੂੰ ਗੁਰੂ ਦੀ ਬਾਣੀ ਤੋਂ ਬਿਨਾਂ ਇੱਕ ਪਲ ਜੀ ਨਾ ਸਕੇ। ਪਰ ਕਹਿੰਦੇ ਹੋਇਆ ਨਹੀਂ ਹੈ। ਮਹਾਰਾਜ ਕਹਿੰਦੇ ਮੈਂ ਵੇਖਿਆ ਕੋਈ ਵੀ ਨਹੀਂ ਕਰ ਰਿਹਾ।
गुण दे गोबिंद दे गुण गाउण आए सां, साधो गोबिंद के गुण गावो। मानस जन्म अमोलक पायो, बिरथा काहे गवावो। कहते क्यों व्यर्थ गवा रहे हैं, बड़ा अमोलक है मनुखी जामा, पर तू व्यर्थ गवा रहे हैं, अज्ञानता चले जा रहे हैं। ਉਹ ਗੋਬਿੰਦ ਦੇ ਗੁਣ ਗਾਉਣ ਵਾਲਿਆ, ਗੁਣ ਗੋਬਿੰਦ ਗਾਇਓ ਨਹੀਂ, ਗਾਏ ਨਹੀਂ, ਕੁਛ ਹੋਰ ਹੀ ਗਾਉਂਦਾ ਰਿਹਾ। ਸਾਰੀ ਉਮਰ ਗੀਤ ਗਾਉਂਦਾ ਰਿਹਾ, ਗੀਤ ਹੀ ਸੁਣਦਾ ਰਿਹਾ, ਦੁਨੀਆ ਦੀਆਂ ਗੱਲਾਂ ਕਰਦਾ ਰਿਹਾ, ਸੰਸਾਰ ਨੂੰ ਸਲਾਉਂਦਾ ਰਿਹਾ, ਮਾਲਕ ਦੀ ਸਿਫਤ ਸਲਾਹ ਵਾਸਤੇ ਪਾਲੇ ਪਾਸੇ ਤੁਰਿਆ ਹੀ ਕੋਈ ਨਹੀਂ। ਤੇ ਜਨਮ ਅਕਾਰਤ ਕੀ, ਤੇ ਮਿਲਾਪ ਕਿਵੇਂ ਹੋਵੇ। ਮਹਾਰਾਜ ਕਹਿੰਦੇ ਜਦੋਂ ਸੰਸਾਰ ਵਾਲੇ ਪਾਸੇ ਤੁਰਿਆ ਤੇ ਸੰਸਾਰ ਨੇ ਫਿਰ ਤੈਨੂੰ ਆਪਣੇ ਦੁੱਖਾਂ ਸੁੱਖਾਂ 'ਚ ਮੋਹ ਲਿਆ, ਗਰਸ ਲਿਆ। ਸੰਸਾਰ ਦੀ ਝੂਠ ਵਿੱਚ, ਨਿੰਦਾ ਵਿੱਚ, ਚੁਗਲੀ ਵਿੱਚ, ਚੋਰੀ ਵਿੱਚ, ਮਕਾਰੀ ਵਿੱਚ, ਵਿਕਾਰਾਂ ਵਿੱਚ ਤੂੰ ਫਸਦਾ ਚਲਾ ਗਿਆ। ਬਾਬਾ ਜੀ ਕਹਿੰਦੇ ਆ ਮੈਂ ਤੈਨੂੰ ਜੁਗਤੀ ਦੱਸਾਂ। ਔਰ ਗੁਰੂ ਸਾਹਿਬ ਨੇ ਬੜੇ ਖੁੱਲੇ ਸ਼ਬਦਾਂ ਵਿੱਚ ਜੀ, ਆਪਾਂ ਜਿੰਨੇ ਜੀਵ ਆ ਨਾ ਸੰਸਾਰ ਵਿੱਚ ਆਏ ਹਾਂ, ਸਾਨੂੰ ਮਹਾਰਾਜ ਇੱਕ ਜੁਗਤੀ ਦੱਸ ਰਹੇ ਨੇ ਵੀ ਜਿਹੜਾ ਆਪਣੇ ਮਾਲਕ ਦੇ ਘਰ ਦੀ ਖੁਸ਼ੀ ਲੈਣਾ ਚਾਹੁੰਦਾ ਹੈ, ਆਪਣੇ ਮਾਲਕ ਵਿੱਚ ਲੀਨ ਹੋਣਾ ਚਾਹੁੰਦਾ ਹੈ, ਆਪਣੇ ਮਨੁੱਖੀ ਜਾਮੇ ਨੂੰ ਸਫਲ ਕਰਨਾ ਚਾਹੁੰਦਾ ਹੈ, ਜੁਗਤੀ ਕੀ ਹੈ। ਗੁਰੂ ਸਾਹਿਬ ਕਿਰਪਾ ਕਰਦੇ ਨੇ, ਸੋਰਠ ਮਹੱਲਾ 9ਵਾਂ, जो नर दुख में दुख नहीं मानै, सुख स्नेह अर भय नहीं जाकै, कंचन माटी मानै रहाओ। पूरा शब्द श्रवण करो। नह निंदिया नह उस्तत जाकै, लोभ मोह अभिमाना, हरख सोगते रह न्यारो, नाहे मान अपमाना। आशा मनसा सगल त्यागै, जगते रह निराशा, काम क्रोध जिह परसै नाहन, तिह कट ब्रह्म निवासा। गुर कृपा जिह नर कौ कीनी, ते एह जुगत पछानी। नानक लीन भयो गोबिंद स्यों, ज्यों पानी संग पानी। पानी संग पानी अखीरले शब्द ने, यह हर एक जीव की मंजिल है। उत्थे तक पहुँच रहा नहीं पहुँच रहा गल वखरी है, पर मंजिल यही है। ਇਹ ਤੋਂ ਉਰੇ ਤੁਸੀਂ ਇੱਕ ਕਦਮ ਵੀ ਬਾਹਰ ਖੜੇ ਹੋਵੋ ਨਾ, ਮੰਨ ਲਓ ਸਾਡੀ, ਮੈਂ ਉਦਾਹਰਣ ਦੇ ਤੌਰ ਤੇ ਬੇਨਤੀ ਕਰਾਂ, ਅਸੀਂ ਤੁਰਨਾ ਜੀ, ਵੀ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਚੱਲੇ ਹਾਂ, ਤੇ ਇੱਥੋਂ ਤਕਰੀਬਨ 150 ਕਿਲੋਮੀਟਰ ਪਏਗਾ। ਹੁਣ ਤੁਸੀਂ 150 ਕਿਲੋਮੀਟਰ ਦਾ ਸਫ਼ਰ ਤੈਅ ਕਰ ਗਏ, ਤੁਸੀਂ ਅੰਮ੍ਰਿਤਸਰ ਪਹੁੰਚ ਗਏ ਹੋ, ਸ਼ਹਿਰ ਵਿੱਚ ਗੱਡੀ ਪਾਰਕਿੰਗ ਕਰ ਦਿੱਤੀ, ਸਮਾਨ ਚੱਕਿਆ ਤੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਪਹੁੰਚ ਗਏ ਹੋ, ਪਹੁੰਚ ਗਏ ਜੀ। ਹੁਣ ਉੱਥੇ ਜਾ ਕੇ ਬੰਦਾ ਕਹੇ ਮੈਂ ਪਹੁੰਚ ਗਿਆ, ਮੈਂ ਮਿਲ ਲਿਆ, ਮੈਂ ਵੇਖ ਲਿਆ, ਪਰ ਅਗਲੇ ਪਾਸੇ ਐਂਟਰ ਨਾ ਹੋਵੇ। 150 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਓ, ਪਰ ਚੰਦ ਕਦਮ ਅੱਗੇ ਜਾ ਕੇ ਪ੍ਰਕਰਮਾ ਵਿੱਚ ਨਾ ਜਾਓ, ਤੇ ਤੁਸੀਂ ਪਹੁੰਚੇ ਹੋਏ ਨਹੀਂ ਮੰਨੇ ਜਾਓਗੇ, ਤੁਸੀਂ ਉਹ ਅੰਦਰ ਦਾ ਆਨੰਦ ਨਹੀਂ ਮਾਣ ਪਾਓਗੇ। ਤੁਸੀਂ ਉੱਥੇ ਜੋ ਰਹਿਮਤ ਵਰਤ ਰਹੀ ਹੈ, ਜੋ ਗੁਰਬਾਣੀ ਦਾ ਉੱਥੇ ਮੰਡਲ ਹੈ, ਜੋ ਗੁਰਬਾਣੀ ਦੀਆਂ ਵਾਈਬ੍ਰੇਸ਼ਨ ਨੇ, ਜੋ ਉੱਥੋਂ ਦੀ ਆਭਾ ਹੈ, ਉਹਦਾ ਆਨੰਦ ਕਿਵੇਂ ਮਾਣੋਗੇ, ਉਹਨੂੰ ਕਿਵੇਂ ਮਹਿਸੂਸ ਕਰੋਗੇ ਜੇ ਚੰਦ ਕਦਮ ਅੱਗੇ ਵਧਾ ਕੇ ਉਸ ਪ੍ਰਕਰਮਾ, ਉਸ ਮਾਹੌਲ ਵਿੱਚ ਸ਼ਾਮਲ ਨਹੀਂ ਹੋਵੋਗੇ। ਉਹ 149-50 ਕਿਲੋਮੀਟਰ ਦਾ ਸਫ਼ਰ ਵੀ ਬੇਕਾਰ ਜੇ ਅਗਲੇ ਚੰਦ ਕਦਮ ਅੱਗੇ ਨਾ ਤੁਰੇ। ਉਮੀਦ ਹੈ ਤੁਹਾਨੂੰ ਗੱਲ ਸਮਝ ਵਿੱਚ ਆਈ ਹੋਈ। ਮਹਾਰਾਜ ਕਹਿੰਦੇ ਪਾਨੀ ਸੰਗ ਪਾਨੀ ਹੋਣ ਵਾਸਤੇ, ਰੱਬ ਰੂਪ ਮੰਜ਼ਿਲ ਤੱਕ ਪਹੁੰਚਣ ਵਾਸਤੇ ਜ਼ਿੰਦਗੀ ਪੂਰਾ ਇੱਕ ਸਫ਼ਰ ਹੈ। ਅਸੀਂ ਸਾਰੇ ਜੀਵ ਜਿੰਨੇ ਵੀ ਹਨ, ਅਸੀਂ ਯਾਤਰੀ ਬਣ ਕੇ ਆਏ ਹਾਂ। ਅਸਲ ਵਿੱਚ ਅਸੀਂ ਯਾਤਰੀ ਹਾਂ, ਯਾਤਰਾ ਤੇ ਤੁਰੇ ਹੋਏ ਹਾਂ। ਯਾਤਰਾ ਰੱਬ ਹੈ, ਯਾਤਰਾ ਮਾਲਕ ਦਾ ਘਰ ਹੈ, ਯਾਤਰਾ ਸੋ ਦਰ ਹੈ, ਸੋ ਘਰ ਹੈ ਜਿੱਥੋਂ ਸਾਰੇ ਸੰਸਾਰ ਦੀ ਪਰਵਰਿਸ਼ ਹੋ ਰਹੀ ਹੈ, ਸਭ ਦੀ ਪਾਲਣਾ ਹੋ ਰਹੀ ਹੈ, ਸਭਨਾਂ ਨੂੰ ਜੀਵਨ, ਰਿਜ਼ਕ, ਜ਼ਿੰਦਗੀ, ਮੌਤ ਜਿੱਥੋਂ ਮਿਲਦੀ ਹੈ, ਮੰਜ਼ਿਲ ਉਹ ਹੈ। ਸਾਰੇ ਸਫ਼ਰ ਤੇ ਹਾਂ, ਪਰ ਸਫ਼ਰ ਮੰਜ਼ਿਲ ਵੱਲ ਨਹੀਂ ਹੋ ਰਿਹਾ, ਸਫ਼ਰ ਮੰਜ਼ਿਲ ਤੋਂ ਕੁਰਾਏ ਪੈ ਗਏ ਹਾਂ। ਹੋਰੇ ਰਸਤੇ ਤੇ ਤੁਰ ਪਏ, ਕੋਈ ਮਾਇਆ ਦੇ ਰਸਤਿਆਂ 'ਚ ਤੁਰ ਪਿਆ, ਕੋਈ ਕਾਮ ਕ੍ਰੋਧ ਦੇ ਰਸਤੇ 'ਚ ਤੁਰ ਪਿਆ, ਕੋਈ ਹੰਗਤਾ ਦੇ ਰਸਤੇ 'ਚ ਤੁਰ ਪਿਆ, ਕੋਈ ਪਰਿਵਾਰਿਕ ਲੜਾਈ ਝਗੜਿਆਂ ਦੇ ਰਸਤੇ ਤੇ ਤੁਰ ਪਿਆ, ਕੋਈ ਈਰਖਾ, ਨਿੰਦਾ, ਚੁਗਲੀ, ਚੋਰੀ, ਮਕਾਰੀ ਦੇ ਰਸਤੇ ਤੇ ਤੁਰ ਪਿਆ, ਕੋਈ ਭੋਗ ਵਿਲਾਸਾਂ ਦੇ ਰਸਤੇ ਤੇ ਤੁਰ ਪਿਆ, ਕੋਈ ਕਰਮ ਕਾਂਡਾਂ ਦੇ ਰਸਤੇ ਤੇ ਤੁਰ ਪਿਆ, ਕੋਈ ਵਹਿਮ ਭਰਮ ਮਨੌਤ ਦੇ ਰਸਤੇ ਤੇ ਤੁਰ ਪਿਆ, ਕੋਈ ਰੋਣ ਪਿੱਟਣ ਦੇ ਰਸਤੇ ਤੇ ਤੁਰ ਪਿਆ, ਕੋਈ ਭੁੱਖੇ ਰਹਿਣ ਦੇ ਰਸਤੇ ਤੇ ਤੁਰ ਪਿਆ, ਕੋਈ ਨੰਗੇ ਹੋ ਕੇ ਤੀਰਥਾਂ ਦੇ ਰਟਨ ਕਰਨ ਦੇ ਰਸਤੇ ਤੁਰ ਪਿਆ, ਪਰ ਮੰਜ਼ਿਲ ਵਾਲੇ ਰਸਤੇ ਤੇ ਕੋਈ ਵਿਰਲਾ ਕਰੋੜਾਂ ਚੋਂ ਕੋਈ ਇੱਕ ਤੁਰਿਆ ਹੈ। ਔਰ ਜਿਹਨੇ ਆਪਣਾ ਰਸਤਾ ਨਹੀਂ ਬਦਲਿਆ, ਸੱਚ ਜਾਣਦਾ, ਮੰਜ਼ਿਲ ਉੱਤੇ ਉਹੀ ਪਹੁੰਚਦਾ ਹੈ। ਬਾਕੀ ਲੋਕਾਂ ਦੇ ਤਾਂ ਜੀਵਨ ਨਾ ਪਤਾ ਕੀ ਹੁੰਦਾ, ਕਦੀ ਆਹ ਫੜ ਲਿਆ, ਕਦੀ ਉਹ ਫੜ ਲਿਆ, ਕਦੀ ਉਹ ਫੜ ਲਿਆ, ਕਦੀ ਉਹ ਫੜ ਲਿਆ, ਕਦੀ ਇੱਧਰ ਤੁਰ ਪਏ, ਕਦੀ ਉੱਧਰ ਤੁਰ ਪਏ, ਮੰਜ਼ਿਲ ਵਾਲੇ ਪਾਸੇ ਕਿੱਥੋਂ ਪਹੁੰਚੋਗੇ। ਇੱਕ ਵਿਦਵਾਨ ਸੱਜਣ ਲਿਖਦਾ ਵੀ ਸਾਡੀ ਆਮ ਬੰਦੇ ਦੀ ਜ਼ਿੰਦਗੀ ਕਿੱਥੇ ਚੱਲਦੀ ਹੈ, ਕਿੱਥੇ ਬੰਨੀ ਹੋਈ ਹੈ, ਕਿੱਥੇ ਘੁੰਮਣ ਘੇਰੀਆਂ 'ਚ ਖਾ ਰਹੀ ਹੈ।
वो कहता कुछ रोने में कट गई साडी जिंदगी, कुछ रोने में कट गई, कुछ सोने में कट गई, कुछ आहों में कट गई, कुछ गुनाहों में कट गई। मंजिल पे चलने वाले मंजिल पे जा लगे, राह बदलने वाले की राहों में कट गई। रस्ते ही बदलते रहे सारी उम्र जी, कभी फलाने को चले गए, कभी उधर चले गए, कभी मंजिल वाले पासे तुरे ही नहीं। बाबा जी कहते मंजिल ते तुर तां तू पानी संग पानी होएगा। ते गुरु साहब कहते ने आरंभता कित्थों होएगी, जो नर दुख मैं दुख नहीं मानना। हुण शुरुआत कित्थों होनी है? गुरु साहब कहते जीवन विच बड़े दुख आ बन गए, बड़े वड्डे दुख आ बन गए, पर सिखा तू अडोल हो जाई, क्योंकि पानी संग पानी सौखा नहीं होया जाएगा। बड़ी लंबी घालना है जी पानी संग पानी होने की। आ सारी घालना जुगती दस रहे ने महाराज। स्टार्टिंग होनी है भी पहला दुख आने ने, हर बंदा दुखों तो घबराउंदा है भी हाय जी मेरे जीवन में दुख ना आ जाए, दर्द ना आ जाए, कोई विपता ना पै जाए। असी सारे इंतजामात जिन्ने असी कीते ने, प्रबंध कीते ने, वो इसे करके ने भी जीवन में दुख कढ़ दईए। पर दुख फिर व्यापक है, किसी ना किसी पासे तो कोई ना कोई रूप रंग आकार वटा के दुख साडे सामने खलो जाता है। और जिन्ना तुसी दुख नूं मन्नोगे उन्ना ज़्यादा लगेगा। ध्यान विच रखना, जिन्ना दुखों तो भजन की कोशिश करांगे, जिन्ना उतो घबरावांगे, जिन्ना मगर लगांगे, उन्ना ज़्यादा दुख प्रतीत हुंदा है। और जिन्ना तुसी बेपरवाह रहना शुरू कर दो, वड्डे तो वड्डा दुख भी बंदे दा कुछ नहीं बिगाड़ सकता। जदों तुसी रजा ते भाणे वाले पासे तुरदे हो ना, फिर तत्ती तवी ते भी आनंद के गीत गाए जाते हैं। फिर सिर ते आरा चलदा है, वो कहंदा नहीं इत्थे ते करवट भला न करवट तेरी, लाग गले सुन बेनती मेरी, हों वारी मुक फेर प्यारे, करवट दे मोको काहे को मारे। आरा चल रहा बहुत बड़ा दुख है, पर रब दा प्यारा कहंदा जाओ तन चीरै अंग ना मोरो, पिंड परै तो प्रीत ना तोरो। हुण आरे दा दुख कित्थे गया? कहंदे है ही नहीं। कहंदे आरा भी मैनूं प्यारा लगदा है। खोपर लै रिहा सिख दा कि सिखा तू सिक्खी छड्ड दे, तेरी खोपड़ी उतार देंगे, तन दे टुकड़े करांगे। कहंदा तू जो मर्जी उतार दे, पर मैनूं सिक्खी प्यारी है। ये दुख नहीं मन्निया। मनी सिंह जी बजुर्ग ने, 95 साल का बाबा, उहदे बंद बंद कट्टे जा रहे हैं। कहंदा तन टुकड़े हो रहा है, मिट्टी के टुकड़े कर रहे हो, पर मेरी आत्मा मेरे मन के टुकड़े करके विखाओ। वो इन्ना जुड़ गया, उसका टुकड़ा हो ही नहीं सकता। गुरु के लाल दो चमकौर विच ते दो फतेहगढ़ साहब सरहंद दी नीहां विच शहीद हुंदे ने। मैं कहना गुरु दशमेश पिता के जीवन दे विच संसार का सब तो बड़ा दुख उन्हां दी झोली च है। सामने प्रतख दुख के दर्शन हो रहे हैं। पुत्रां दा अखां सामने चले जाना, बल्कि पुत्रां दा कह के जाना, बापू मैं चलिया, मैनू मरण का आशीर्वाद दे, मैनू शहीद होण दी मैनू तौफीक बख्श, मैनू आशीर्वाद दे, मैं जंग दे मैदान च जूझ के तेरियां अखां सामने शहीद होवां। कौन प्यो चाहुंदा भी जा पुत्रा तू मेरी अखां सामने मर। आपां संसार च विचरदे हां, साडे सिखां दे विच ही लोकां ने अपने पुत्त बचाए पर दूजियां दे मरवा दिते। अपने नूं हर कोई बचाउंदा है, पर दशमेश पिता वो रूह है संसार विच जिन्हें अपने कुहा के शहीद करवाए ते दूजियां दे पुत्त बचा के नाल लैके गया। 4 पुत्तां दी मौत दी खबर 4 दिनां च मिल जानी, किड्डा वड्डा दुख है जी, किड्डा वड्डा। ये तो वड्डा दुख तो साडे पल्ले नहीं ना पिया। पिता भी चले गए, मां भी चली गई, पुत्त भी चले गए, अपनी आनंदपुरी दी नगरी भी चली गई, 5 विचों 3 प्यारे भी शहीद हो गए। ਜਿਹੜੇ कदी सिर ते ताज सी, बाज सी, जिन्हां दा राज सी, अज पैरां विच जोड़ा नहीं, नीला घोड़ा नहीं। ये तो वड्डा दुख किहनूं मन्नोगे तुसीं? कई महीनों तो प्रसाद पानी नहीं सकिया, फिर भी कह रहा मित्र प्यारे नूं हाल मुरीदां दा कहना। ये असल विच उन्हां ने दुख नूं दुख नहीं भाणा करके मन्निया, ते भाणा हुक्म रजा हमेशा भले वास्ते हुंदी है। महाराज ने क्या कवि अल्लाह यार खां जोगी ने इत्थे 2 लाइनां बड़ियां सोहणियां लिखियां ने। वो कहंदा भी आम बंदा जे हुंदा ते इत्थे आके डोल जाए, घबरा जाए, रुदन करन लग जाए, पर नहीं। कहंदा दशमेश पिता वाल तको, वो मुसलमान बंदा है, पर सिफत गुरु दशमेश पिता दी कर गया। यकीनन मैं कहना भी उहदे ते भी कोई रहमत वरती है। उन्हें सच दे दीदार अपनियां नज़रां नाल, अपने नज़रिए नाल, अपने दिल दी अखां नाल कीते। वो लिखदा है, कहंदा मौत हो गई है जी 4 पुत्रां दी, 2 कत्ल कर दिते गए, 2 नीहां विच शहीद कर दिते गए। बेटों के कत्ल होने की पहुंची यूं ही खबर, राय कल्ले दे कोल नूरा माही लेके आया है भी पातशाह तेरे 2 दूजे लाल को के शहीद कर दिते। बेटों के कत्ल होने की पहुंची यूं ही खबर,
ਤੇ ਦਸ਼ਮੇਸ਼ ਪਿਤਾ ਨੇ ਕੀ ਕੀਤਾ? ਕਹਿੰਦੇ ਸ਼ੁਕਰੀਆ ਅਕਾਲ ਪੁਰਖ ਕਾ ਕੀਆ ਉਠਾ ਕੇ ਸਰ। ਸੰਬੋਧਿਤ ਹੋ ਗਿਆ ਅਕਾਲ ਪੁਰਖ ਨੂੰ, ਤੇਰਾ ਸ਼ੁਕਰ ਹੈ। ਕਰ ਬੰਦੇ पे कृपा की नजर, मेरे ते मेहर दी दृष्टि कर। आज मुझ पर से तेरी अमानत अदा हुई, बेटों की जान धर्म की खातर फिदा हुई। कहते वाहिगुरु मैं तेरा शुकराना करदा, मैं तेरा धन्नवाद करदा, ਜਿਹੜੀ ਅਮਾਨਤ ਇਹ 4 ਪੁੱਤਰ ਮੈਨੂੰ ਬਖਸ਼ੇ ਸਨ, ਮੈਂ ਸਹੀ ਸਲਾਮਤ ਤੈਨੂੰ ਵਾਪਸ ਕਰ ਸਕਿਆ। ਮੈਂ ਤੇਰਾ ਸ਼ੁਕਰ ਕਰਦਾ ਤੇ ਉਹ ਅਮਾਨਤ ਆਪਣੀ ਮੇਰੇ ਤੋਂ ਵਾਪਸ ਲੈ ਲਈ ਹੈ। ਹੁਣ ਕਿਵੇਂ ਦੁਖੀ ਕਰ ਲੋਗੇ ਜੀ ਤੁਸੀਂ? ਕਿਵੇਂ ਰਵਾ ਲੋਗੇ? ਕਿਹੜੇ ਸ਼ਬਦ ਨੇ ਤੁਹਾਡੇ ਕੋਲ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਸਲਾਹ ਕਰ ਸਕੀਏ? ਕਿਹਦੇ ਨਾਲ ਤਸ਼ਬੀਹ ਦਈਏ? ਪੁੱਤਰਾਂ ਦੀ ਮੌਤ ਨੂੰ ਵੀ ਜਿਹੜਾ ਸ਼ੁਕਰਾਨਾ ਪਾਣਾ ਰਜ਼ਾ ਮੰਨ ਜਾਏ, ਇਹਦੇ ਤੋਂ ਵੱਡਾ ਫਿਰ ਰੱਬ ਦਾ ਰੂਪ ਹੋਰ ਕਿਹਨੂੰ ਪਾਓਗੇ ਤੁਸੀਂ? ਇਹ ਉਹਨਾਂ ਨੇ ਆਪ ਕਮਾ ਕੇ ਵਿਖਾਇਆ। ਤੇ ਮੈਂ ਬੇਨਤੀ ਕਰਾਂ, ਸਾਨੂੰ ਕਮਾਉਣ ਦਾ ਵੱਲ ਜਾਂ ਜਾਚ ਦੱਸੀ ਹੈ। ਦੁੱਖ ਮੈਂ ਦੁੱਖ ਨਹੀਂ ਮੰਨਣਾ, ਦੁੱਖ ਹੈ। ਮਹਾਰਾਜ ਜੀ ਨੇ ਕਿ ਵੀ ਦੁੱਖ ਨਹੀਂ, ਕਹਿੰਦੇ ਦੁੱਖ ਹੈ, ਪਰ ਦੁੱਖ ਮੰਨੇ ਕੋਈ ਨਾ। ਬੜਾ ਔਖਾ, ਕਠਿਨ ਹੈ ਇਹ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ केरी ਬਿਖਮ ਮਾਰਗ ਚੱਲਣਾ। ਜਾਂ ਨਾਨਕੇ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਣ। ਦੁੱਖ ਹੈ ਪਰ ਦੁੱਖ ਮੰਨਣਾ ਨਹੀਂ, ਗੱਲ ਇਹ ਹੈ ਬਸ। ਦੁੱਖ ਵਿੱਚ ਵੀ ਦੁਖੀ ਨਹੀਂ ਹੋਣਾ, ਦੁੱਖ ਵਿੱਚ ਵੀ ਅਡੋਲਤਾ ਤੇ ਚੜ੍ਹਦੀ ਕਲਾ ਰੱਖਣੀ ਹੈ। ਆਹ ਕਿਤੇ ਸਟੈਪ ਕੋਈ ਜੀਵ ਪਾਰ ਕਰ ਲੈ, ਮੈਂ ਕਹਿੰਦਾ ਪਹਿਲੀ ਪੌੜੀ ਬੜੀ ਔਖੀ ਹੈ, ਪਹਿਲੀ ਔਖੀ ਹੈ। ਔਰ ਪਹਿਲਾ ਕਦਮ ਹੀ ਔਖਾ ਹੁੰਦਾ ਜੀ, ਧਿਆਨ ਵਿੱਚ ਰੱਖਣਾ। ਕੋਈ ਕੰਮ ਕਰਮ ਕਰਨ ਲੱਗਿਆ ਆਰੰਭਤਾ ਵਿੱਚ ਬੰਦੇ ਨੂੰ ਦਿੱਕਤਾਂ ਆਉਂਦੀਆਂ ਨੇ, ਬੰਦਾ ਡਰਦਾ ਹੈ, ਡੋਲਦਾ, ਘਬਰਾਉਂਦਾ ਹੈ, ਪਤਾ ਨਹੀਂ ਜੀ ਕੀ ਹੋਏਗਾ, ਕਿਤੇ ਸ਼ੁਰੂ ਕਰ ਲਈਏ ਕੰਮ ਚੱਲੇ ਨਾ, ਮੈਂ ਇਸ ਪਾਸੇ ਤੁਰ ਪਵਾਂ, ਗੱਲ ਬਣੀ ਨਾ। ਉਹ ਪਹਿਲਾ ਕਦਮ ਔਖਾ ਹੈ। ਜਿਹੜਾ ਮਰਦ ਬਣ ਕੇ ਪਹਿਲਾ ਕਦਮ ਪੱਟ ਲੈ, ਬਾਕੀ ਤੇ ਫਿਰ ਮੰਜ਼ਿਲ ਸਰ ਹੁੰਦੀ ਹੈ, ਦੇਰੀ ਵੀ ਕੋਈ ਨਹੀਂ ਲੱਗਦੀ। ਸਭ ਤੋਂ ਵੱਡਾ ਮਹਾਰਾਜ ਨੇ ਪਰਚਾ ਹੀ ਮੂਹਰੇ ਰੱਖਿਆ ਵੀ ਦੁੱਖ ਹੈ, ਦੁੱਖ ਤੋਂ ਹਰ ਬੰਦਾ ਘਬਰਾਉਂਦਾ, ਦੁੱਖ ਤੋਂ ਹਰ ਬੰਦਾ ਦੁਖੀ ਹੈ। ਦੁੱਖਾਂ ਤੋਂ ਅਸੀਂ ਡਰਦੇ ਹਾਂ, ਸੁੱਖਾਂ ਦੀ ਭਾਲ ਵਿੱਚ ਹਾਂ। ਸੁੱਖ ਮੰਗਦੇ ਦੁੱਖ ਅੱਗੇ ਆਵੇ, ਕਹਿੰਦੇ ਮੰਗਦੇ ਸੁੱਖਾਂ ਅੱਗੇ ਦੁੱਖ ਆ ਜਾਂਦਾ। ਅਰਦਾਸਾਂ ਕਰਕੇ ਮਾਂ ਨੇ ਪੁੱਤ ਮੰਗਿਆ, ਪੁੱਤ ਮਿਲ ਗਿਆ। ਪੁੱਤ ਵੱਡਾ ਹੋ ਕੇ ਨਸ਼ੇ ਕਰਨ ਲੱਗ ਪਿਆ, ਜ਼ਹਿਰ ਪੀਣ ਲੱਗ ਪਿਆ, ਲੋਕਾਂ ਨਾਲ ਲੜਨ ਲੱਗ ਪਿਆ, ਪੁਲਿਸ ਦਾ ਕੇਸ ਪੈ ਗਿਆ, ਪਿਓ ਸਾਰੀ ਉਮਰ ਮੁਕੱਦਮਿਆਂ 'ਚ ਗੁਜ਼ਾਰ ਗਿਆ। ਉਹ ਮੰਗਿਆ ਤੇ ਸੁੱਖ ਸੀ ਪਰ ਬਣ ਦੁੱਖ ਗਿਆ। ਕੀ ਕਰ ਲੋਗੇ ਤੁਸੀਂ? ਮਹਾਰਾਜ ਕਹਿੰਦੇ ਸੁੱਖ ਮੰਗਤ ਦੁੱਖ ਅੱਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਜਿਹੜਾ ਮੇਰਾ ਮੰਗਿਆ ਸੁੱਖ ਦੁੱਖ ਬਣ ਜਾਏ, ਮਹਾਰਾਜ ਕਹਿੰਦੇ ਮੈਂ ਉਹ ਸੁੱਖ ਮੰਗਦਾ ਹੀ ਕੋਈ ਨਹੀਂ, ਮੈਨੂੰ ਲੋੜ ਹੀ ਕੋਈ ਨਹੀਂ ਐਸੇ ਸੁੱਖ ਦੀ। ਉਹਦੇ ਨਾਲੋਂ ਤਾਂ ਫਿਰ ਜਿਵੇਂ ਤੂੰ ਰੱਖੇ ਉਹ ਚੀਜ਼ ਚੰਗੀ ਹੈ। ਹੁਣ ਗੁਰੂ ਸਾਹਿਬ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਅਗਲੀ ਗੱਲ ਕੀ ਕਰੇ? ਕਹਿੰਦੇ ਸੁੱਖ ਸਨੇਹ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਉਹਨੂੰ ਸੁੱਖਾਂ ਦਾ ਸੁਨੇਹ ਨਾ ਹੋਵੇ, ਉਹ ਸੁੱਖਾਂ ਦੀ ਲਾਲਸਾ ਵਿੱਚ ਨਾ ਜੀਵੇ ਵੀ ਅੱਜ ਮੈਂ ਆਇਆ ਮਹਾਰਾਜ ਮੈਨੂੰ ਆਹ ਸੁੱਖ ਦੇ ਦਿਓ, ਅੱਜ ਮੈਨੂੰ ਆਹ ਸੁੱਖ ਦੇ ਦਿਓ, ਅੱਜ ਫਲਾਣਾ ਦੇ ਦਿਓ, ਅੱਜ ਪੈਸੇ ਦਾ ਦੇ ਦਿਓ, ਜ਼ਮੀਨ ਜਾਇਦਾਦ ਦਾ ਸੁੱਖ ਦੇ ਦਿਓ, ਅੱਜ ਲੋਕਾਂ ਵਾਲੀ ਵੀ ਮੇਰੇ ਕਬਜ਼ੇ 'ਚ ਆ ਜਾਏ, ਅੱਜ ਭਰਾ ਵਾਲੀ ਵੀ ਮੈਨੂੰ ਮਿਲ ਜਾਏ, ਅੱਜ ਬਹੁਤਾ ਧਨ ਮੇਰੇ ਕੋਲ ਆ ਜਾਏ। ਨਹੀਂ, ਸੁੱਖਾਂ ਦਾ ਸਨੇਹ ਨਾ ਹੋਵੇ। ਜੋ ਮਾਲਕ ਦੇ ਦੇ ਉਹ 'ਚ ਰਜ਼ਾ 'ਚ ਰਾਜ਼ੀ ਰਹਿਣਾ ਸਿੱਖੇ। ਪਰਾਏ ਹੱਕ ਵਾਲੇ ਪਾਸੇ ਨਾ ਜਾਵੇ, ਬੇਈਮਾਨੀ ਮਕਾਰੀ ਵਾਲੇ ਪਾਸੇ ਨਾ ਜਾਵੇ। ਬੜਾ ਕਠਿਨ ਹੈ ਜੀ ਸਿੱਖੀ ਦਾ ਮਾਰਗ ਬੜਾ ਕਠਿਨ ਹੈ। ਅਸੀਂ ਇਹਨੂੰ ਸੌਖੀ ਖੇਡ ਬਣਾ ਲਿਆ, ਦੁਖੀ ਵੀ ਤਾਂ ਹੀ ਕਿਉਂਕਿ ਅਸੀਂ ਗੁਰਬਾਣੀ 'ਚੋਂ ਸਮਝਿਆ ਨਹੀਂ ਹੈ। ਸੁੱਖ ਸਨੇਹ ਲਾਲਸਾ ਨਾ ਰੱਖੇ, ਬਸ ਜੋ ਮਾਲਕ ਨੇ ਦਿੱਤਾ ਆਨੰਦ ਹੈ। ਮੇਰੀ ਕਿਸਮਤ 'ਚ ਘੱਟ ਲਿਖਿਆ, ਜਾਂ ਘੱਟ ਵਿੱਚ ਮੇਰਾ ਭਲਾ ਤੇ ਮੈਨੂੰ ਘੱਟ ਦਿੱਤਾ ਹੈ, ਜੇ ਵੱਧ ਵਿੱਚ ਮੇਰਾ ਭਲਾ ਤਾਂ ਮੈਨੂੰ ਵੱਧ ਵੀ ਦੇ ਸਕਦਾ ਹੈ। ਪਰ ਮੈਂ ਬੱਚਾ, ਮੈਂ ਇਆਣਾ, ਮੈਨੂੰ ਹਲੇ ਮੱਤ ਨਹੀਂ। ਜਿੰਨਾ ਕੁ ਮੈਂ ਸਾਂਭ ਸਕਦਾ ਮਾਲਕ ਜੀ ਤੁਸੀਂ ਉਨਾ ਹੀ ਮੈਨੂੰ ਦਿੱਤਾ ਹੈ। ਕਹਿੰਦੇ ਸਨੇਹ ਵੀ ਖਤਮ ਹੋ ਜਾਏਗਾ। ਅਰ ਭੈ ਨਹੀਂ ਜਾ ਕੇ, ਉਹਦੇ ਮਨ ਵਿੱਚ ਕੋਈ ਭੈ ਨਾ ਹੋਵੇ, ਕਿਸੇ ਕਿਸਮ ਦਾ ਕੋਈ ਡਰ ਨਾ ਹੋਏ। ਉਹ ਅਕਾਲ ਪੁਰਖ ਦੇ ਗੁਣ ਨਿਰਭਉ ਦਾ ਪਾਂਧੀ ਬਣ ਜਾਏ, ਭਉ ਤੋਂ ਮੁਕਤ ਹੋ ਜਾਏ। ਕਿਵੇਂ ਹੋਵਾਂਗੇ? ਗੁਰੂ ਕਹਿੰਦੇ ਨੇ ਵੀ ਸਾਡੇ ਮਨ 'ਚ ਕਈ ਤਰ੍ਹਾਂ ਦੇ ਡਰ ਨੇ। ਡਰ ਕਿਵੇਂ ਦੂਰ ਹੋਣਾ? ਮਹਾਰਾਜ ਕਹਿੰਦੇ ਇੱਕੋ ਕਰਮ ਕਰੋ। ਜਿਹੜਾ ਮਾਲਕ ਨਿਰਭਉ ਹੈ ਨਾ, ਤੁਸੀਂ ਉਹਦੇ ਨਾਲ ਜੁੜ ਜਾਓ। ਸੁਰਤ ਆਪਣੀ ਉਹਦੇ ਚਰਨਾਂ 'ਚ ਜੋੜ ਦਿਓ, ਉਹਨੂੰ ਜਪਣ ਲੱਗ ਜਾਓ। ਆਪਣਾ ਧਿਆਨ ਕੇਂਦਰ ਬਿੰਦੂ ਮਾਲਕ ਨੂੰ ਬਣਾ ਲਓ। ਔਰ ਜਿਸ ਦਿਨ ਬਣਾਓਗੇ ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭਉ ਤੁਹਾਡੇ ਖਤਮ ਹੋ ਜਾਣਗੇ। ਸੇ ਨਿਰਭਉ, ਉਹ ਨਿਰਭਉ ਨੇ ਕੌਣ? ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸਾਰੇ ਡਰ ਮਿਟ ਜਾਣਗੇ ਜਿਸ ਦਿਨ ਨਿਰਭਉ ਨਾਲ ਜੁੜੋਗੇ। ਆਪਾਂ ਪਤਾ ਕਿੱਥੇ ਜੁੜੇ ਹਾਂ? ਅਸੀਂ ਜੁੜਦੇ ਹਾਂ ਪੀਰਾਂ ਕੋਲ, ਅਸੀਂ ਜੁੜਦੇ ਹਾਂ ਮੁਰਦਿਆਂ ਕੋਲ, ਕਬਰਾਂ ਪੂਜਦੇ ਹਾਂ। ਜਿਉਂਦਾ ਜਾਗਦਾ ਬੰਦਾ ਮੁਰਦੇ ਪੂਜਣ ਲੱਗ ਜਾਏ ਤੇ ਸਾਰੀ ਉਮਰ ਮੁਰਦਾ ਰਹੇਗਾ ਤੇ ਡਰਦਾ ਹੀ ਰਹੇਗਾ ਨਾ। ਤੇ ਨਿਡਰ ਕਿਵੇਂ ਹੋਵੋਗੇ? ਬਹੁਤਿਆਂ ਦੀ ਉਮਰ ਸਾਰੀ ਉਮਰ ਮੁਰਦੇ ਪੂਜਣ ਤੇ ਲੰਘ ਗਈ। ਮੁਰਦਿਆਂ ਦੀ ਪੂਜਾ, ਮੁਰਦਿਆਂ ਦੀ ਸੇਵਾ, ਅਸ਼ਰਾਧ ਚੱਲਣ ਨੇ, ਮੁਰਦੇ ਪੂਜਾ ਹੋਰ ਕੀ ਹੈ? ਖਿਮਾ ਕਰਨਾ ਵਿੱਚ ਪੱਖ ਆ ਗਿਆ।
महाराज जी कहते ने निरभौ, तेरे मन च किसी किस्म का डर ना होवे, भै नहीं जाके। ते अगला स्टैंड पक्ष की है, कंचन माटी मन है, सोना ते मिट्टी एक बराबर मन लै। सोने का तेरे मन च कोई लालसा ना होवे, मोह ना होवे, पकड़ ना होवे, सोने वाले पासे भज्या ना फिरी जाए। बहुता सोना सोना करन वाले हिंदुस्तान किसी टाइम सोने के मंदिर, सोने दी मूर्तियां, पर यही कारण हिंदुस्तान की लुट भी हुई है। हिंदुस्तान के लुटे जाण दा, पतन होने का कारण मंदिरां दी मूर्तियां दरवाजियां नूं लग्या सोना सी। सोना बहुत ला दिता, संभालण की जांच कोई नहीं, अगले आके लुट के लै गए, नाले कुट के गए, नाले पुट के गए। सोने नूं क्यों तवज्जो दिती? तू खुद सोना है, बाहर दे सोने की गल छड्डो, मिट्टी है, कंचन माटी मन है। तू अपने जीवन नूं वेख, गुर पारस हम लोहो मिल कंचन होया राम। तू कंचन खुद क्यों नहीं बनता? तू अपनी वैल्यू वधा, तू मिट्टी मगर पिया होया। आ पक्ष भी ध्यान में रखियो, सोने नूं लैके साडे परिवारां च बड़े लड़ाई झगड़े ने। फलाने कोल वध गया जी, मेरे कोल घट गया, उहदे कोल तोला वध है, मेरे कोल तोला घट है, उहदे कोल ज़्यादा वड्डा है, मेरे कोल ज़्यादा। हद हो गई, इत्थे ही फसे रह गए। फिर असीं गुरु का शब्द की सुनिया ते की कमाया? कंचन माटी मन है, सोना मिट्टी हो जाए तेरे लिए, बस। भाव लालसा जा लालच न रह जाए, तमा न रह जाए। अगला पक्ष महाराज कहते, न निंदिया न उस्तत जाकै, लोभ मोह अभिमाना। ना तेरे मन च किसी की निंदा होवे, ना उस्तत होवे। झूठी खुशामद कदे ना करी, ते झूठी निंदा तौहीन भी कदे नहीं करनी। निंदा वाले पासे ते उस्तत वाले पासे जाना ही कोई नहीं। क्यों? उस्तत भी करनी है, तो उस्तत मन में कर निरंकार, कर मन मेरे सत व्यवहार। ये तो वड्डी उस्तत की होएगी? किसी बंदे की उस्तत कर दोगे, सिफत कर दोगे, अज चार शब्द चंगे बोल दोगे, पता लगे भी तो कुछ होर ही निकले, मैं तो फस गया, मैं तो झूठा पै गया। आप कहने भी मैं तो तुहाडी बड़ी तारीफ की जी, तुहाडे कर्म तो कुछ होर ही हो जाते हैं। महाराज कहते संसार च जिन्हों मर्जी सला लो, वो रूप रंग बटाई जाएगा, पर तू निरंकार नाल जुड़। उस्तत करो सदा प्रभ अपने, जिन पूरी कल राखी। जे करनी है तो ओदी कर, संसार वाले पासे ना तुरी। न निंदिया न उस्तत जाके, लोभ मोह अभिमाना। ना लोभ रहे, ना मोह रहे, ना तेरे मन च अभिमान रहे। आ चीज़ों का छुटकारा पा जा। हरख सोग ते रह न्यारो, ना ईमान अपमाना। खुशी ते गमी तो भी नेरा हो जा। तू बहुता खुशियां च खिड़ खिड़ करके हसना भी नहीं, शराबां पी के भंगड़े भी नहीं पाने, लोकां दे नाल लच्चर डांस भी नहीं करने, ते जदों कोई गमी का समा बन जाए उदों तू रुदन भी नहीं करना। दोवें पासे तू मालिक दे मौज आनंद दे भाने च ही रहना है। अगे कहन लगे, आसा मनसा सगल त्यागै, जग ते रह निराशा। झूठियां माया दियां आशावां भी त्याग दे, मनसा मन दियां कामनावां भी त्याग दे। जग ते रह निराशा, इस शरीर तो ते संसार तो निराश हो जा। अगे कहन लगे, काम क्रोध जे परसै नाहन, तेह कट ब्रह्म निवासा। तेनू काम ते क्रोध तेरे मन ते रत्ती मात्र भी प्रभाव ना पा सके, तेरे छो भी ना सके, फिर की होगा? तेरे हिरदे विच ब्रह्म का निवास हो जाएगा। ते अखीरलियां फिर पंक्तियां ने, पर यह किहदे ते किरपा वरतेगी जी? इस जुगती नू कौन पहचानेगा? कहते गुर किरपा जिह नरको किन्नी, ते ए जुगत पछानी। जिहड़े गुर किरपा दे पात्र बन गए ना, वो ये सारी जुगती नू पहचान गए कि वो दुखां विच दुखी नहीं हुंदे, वो सुखां दा स्नेह नहीं रखते, किसी किस्म का डर नहीं। सोना ते मिट्टी उन्हां लई एक बराबर है। वो निंदा उस्तत खुशामद विच नहीं, लोभ मोह अभिमान विच नहीं, काम क्रोध विच नहीं, आशा मनसा विच नहीं। वो तो कहते केवल हिरदे विच ब्रह्म नू वसा के बैठे ने। उन्होंने माया नहीं वसाई, संसार नहीं वसाया, धियां पुत्रां दुनियादारी का प्रेम प्यार लोभ लालच नहीं वसाया। उन्होंने केवल निरंकार नू वसाया है। उत्थे जाके फिर कहते ने, नानक लीन पयो गोबिंद स्यों, ज्यों पानी संग पानी। हे नानक आ, ओ जीव आत्मा, ओ रूह इस संसार विच शरीर विच रहिंदियां विचरदियां जिउंदे जागदे सुरत मन करके उस मल विच इस तरह लीन हो जाएगी जिमें पानी विच मिल के पानी पानी का ही रूप हो जाता है। भाव कोई भेद नहीं रह जाता। हर हर जन दोए एक हैं, बिब विचार किछ नाहे। जलते उपज तरंग ज्यों, जल ही बिखै समा है। कहते इन्नी एकाग्रता, इन्नी एकमिकता, इन्नी इकसारता। रविदास जी कहते ने, तो ही मोही लीन होने तो बाद, मोही तो ही अंतर कैसा। प्रभु तू दस हुण साडे च अंतर की रह गया?
ਮੈਂ ਤੇਰੇ ਹੁਕਮ ਵਿੱਚ ਚੱਲ ਪਿਆ, ਰਜ਼ਾ ਵਿੱਚ ਚੱਲ ਪਿਆ, ਭਾਣੇ ਵਿੱਚ ਚੱਲ ਪਿਆ, ਮੋਹ ਮਾਇਆ ਤੋਂ ਨਿਰਲੇਪ ਹੋ ਗਿਆ, ਵਿਕਾਰ ਛੱਡ ਬੈਠਿਆ, ਅਭਿਮਾਨ ਔਗਣ ਛੱਡ ਬੈਠਿਆ, ਨਿਰਮਲ ਮੇਰਾ ਮਨ ਹੈ, ਮੇਰੀ ਆਤਮਾ ਹੈ, ਤੇਰੇ ਹੁਕਮ ਭਾਣੇ ਨੂੰ ਸੱਤ ਕਰਕੇ ਮੰਨਦਾ। ਹੁਣ ਤੂੰ ਦੱਸ ਤੇ ਸਾਡੇ ਤੇ ਤੇਰੇ ਵਿੱਚ ਅੰਤਰ ਕੀ ਹੈ? ਤੇਰਾ ਰੂਪ ਹੀ ਹੋ ਗਿਆ ਨਾ। ਪਰ ਇਹ ਅਵਸਥਾ ਬੜੀ ਕਠਿਨ ਹੈ। ਆਹ ਸਟੈਪ ਸਾਨੂੰ ਪਾਰ ਕਰਨੇ ਪੈਣਗੇ। ਅੱਜ ਇਸ ਪਰਿਵਾਰ ਨਾਲ ਜੋ ਘਟਨਾ ਘਟੀ, ਜੋ ਮਾਲਕ ਦਾ ਹੁਕਮ ਹੋਇਆ, ਭਾਣਾ ਵਰਤਿਆ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਗੁਰੂ ਸਾਹਿਬ ਬਾਣੀ 'ਚ ਵੀ ਹੈ ਬੇਸ਼ੱਕ ਭਾਣਾ, ਪਰ ਮਹਾਰਾਜ ਇਹ ਵੀ ਕਹਿੰਦੇ ਨੇ, ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਭਾਣਾ। ਭਾਣਾ ਮੰਨਣਾ ਔਖਾ ਬਹੁਤ ਹੈ ਜੀ। ਭਾਣੇ ਦੀ ਗੱਲ ਕਰਨੀ ਸੌਖੀ ਹੈ, ਆਪਾਂ ਸ਼ਬਦ ਵਰਤ ਲਵਾਂਗੇ, ਸ਼ਬਦ ਬੋਲ ਦੇਵਾਂਗੇ, ਕਥਾ ਹੋ ਗਈ, ਕਥਾ ਸੁਣਦੇ ਹੀ। ਪਰ ਇਹ ਉਹਨੂੰ ਪਤਾ ਜਿਸ ਪਰਿਵਾਰ ਦੇ ਉੱਪਰ ਭਾਣਾ ਵਾਪਰਿਆ ਹੈ। ਇਹ ਉਸ ਮਾਂ ਬਾਪ ਦਾ ਤੜਪਦਾ ਦਿਲ, ਉਹਨਾਂ ਦਾ ਸੀਨਾ ਦੱਸ ਸਕਦਾ ਹੈ ਵੀ ਇਹ ਭਾਣੇ ਨੇ ਉਹਨਾਂ ਦੇ ਹਿਰਦੇ ਤੇ ਬਤੀਤ ਕੀ ਬਤਾਇਆ ਹੈ, ਹਾਲਾਤ ਕੀ ਬਣੇ। ਪਰ ਜਿੱਥੇ ਤੱਕ ਮੈਨੂੰ ਲੱਗਦਾ ਹੈ, ਜਿੰਨਾ ਕੁ ਮੈਂ ਸਮਝਿਆ, ਵੇਖਿਆ, ਤੁਸੀਂ ਜ਼ਿਆਦਾ ਵਿਚਰੇ ਹੋ, ਵੀ ਪਰਿਵਾਰ ਗੁਰੂ ਚਰਨਾਂ ਦਾ ਭੌਰਾ ਹੈ। ਨੌਜਵਾਨ ਵੀਰ ਲੜਕੀ ਹਰਦਲੇਰ ਕੌਰ ਬੱਚੀ ਦੇ ਪਿਤਾ ਗੁਰਮੁਖੀ ਬਾਣਾ ਨਿਹੰਗ ਸਿੰਘ ਬਾਣੇ ਵਿੱਚ ਨੇ। ਤੇ ਨਿਹੰਗ ਜਿਹੜੀ ਸਾਡੀ ਇਹ ਨਿਹੰਗ ਫੌਜ ਹੈ ਨਾ, ਇਹਦੇ ਉੱਪਰ ਬੜੀ ਕਿਰਪਾ ਹੈ ਜੀ। ਬੇਸ਼ੱਕ ਠੀਕ ਹੈ ਵੀ ਅੱਜ ਕੁਝ ਲੋਕਾਂ ਨੇ ਇਸ ਪ੍ਰਥਾ ਨੂੰ ਵਿਗਾੜ ਕੇ ਪੇਸ਼ ਕੀਤਾ, ਨਿਹੰਗ ਬਾਣੇ ਦਾ ਰੂਪ ਤੇ ਅਕਸ਼ ਵਿਗੜਿਆ, ਕੋਈ ਸ਼ੱਕ ਨਹੀਂ। ਪਰ ਉਹ ਕੁਝ ਲੋਕ ਨੇ। ਇਹ ਨਿਹੰਗ ਜਥੇਬੰਦੀ ਉਹ ਜਥੇਬੰਦੀ ਹੈ ਜਿਹੜੀ ਗੁਰੂ ਕਾਲ ਤੋਂ ਹੂਬਹੂ ਬਾਣੀ ਤੇ ਬਾਣੇ ਨੂੰ, ਰਵਾਇਤ ਨੂੰ ਕਾਇਮ ਰੱਖ ਕੇ ਚੱਲ ਰਹੀ ਹੈ। ਸਾਡਾ ਬਾਣਾ ਉਹ ਗੁਰੂ ਕਾਲ ਵਾਲਾ ਨਹੀਂ, ਗੁਰੂ ਕਾਲ ਦਾ, ਗੁਰੂ ਸਾਹਿਬ ਦੇ ਸਮੇਂ ਦਾ ਬਾਣਾ ਇਹਨਾਂ ਨੇ ਸਾਂਭਿਆ ਹੋਇਆ ਹੈ। ਦਸਤਾਰ ਵੀ, ਪਹਿਰਾਵਾ ਵੀ, ਈਵਨ ਕਲਰ ਤੱਕ ਵੀ ਇਹਨਾਂ ਨੇ ਸਾਂਭੇ ਨੇ, ਰੰਗ ਰੂਪ ਵੀ ਇਹਨਾਂ ਨੇ ਸਾਂਭਿਆ ਹੈ। ਤੇ ਗੁਰਬਾਣੀ ਦੇ ਅਰਥ ਨੇ ਜਿਹੜੇ, ਗੁਰਬਾਣੀ ਦੀ ਵਿਚਾਰਧਾਰਾ ਜਿਹੜੀ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ, ਉਹ ਵੀ ਕਿਤੇ ਨਾ ਕਿਤੇ ਜਾ ਕੇ ਨਿਹੰਗ ਸਿੰਘਾਂ ਵਿੱਚੋਂ ਅੱਜ ਲੱਭ ਜਾਂਦੀ ਹੈ। ਆਪਾਂ ਤੇ ਕਹਿ ਲਈਏ ਵੀ ਸਨ 47 ਦੀ ਮਾਰ ਤੋਂ ਬਾਅਦ ਪੈਦਾ ਹੋਏ ਹਾਂ, ਪਰ ਉਦੋਂ ਹੁਣ ਜਿਹੜਾ ਮੈਂ ਬੇਨਤੀ ਕਰਾਂ ਵੀ ਜਿਹੜਾ ਉਹ ਗੁਰੂ ਕਾਲ ਤੋਂ ਵੇਲੇ ਸਿੱਖਾਂ ਦਾ, ਸਿੰਘਾਂ ਦਾ ਸਾਡਾ ਜੀਵਨ ਹੈ, ਉਹ ਇਹੀ ਹੈ ਵੀ ਉਹ ਦੁੱਖਾਂ ਵਿੱਚ ਬਹੁਤੇ ਦੁਖੀ ਵੀ ਨਹੀਂ ਤੇ ਸੁੱਖਾਂ ਵਿੱਚ ਬਹੁਤੇ ਛਾਲਾਂ ਵੀ ਨਹੀਂ ਮਾਰਦੇ। ਸਮਤਲ ਜੀਵਨ, ਬਰਾਬਰ ਆਨੰਦ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਮੌਜ 'ਚ ਰਹਿਣਾ, ਉਹਦੇ ਭਾਣੇ ਨੂੰ ਸੱਤ ਕਰਕੇ ਮੰਨੇ। ਤੇ ਆਪਾਂ ਇੱਕ ਅਰਦਾਸ ਵਿੱਚ ਇਹ ਸ਼ਬਦ ਕਿਤੇ ਕਿਤੇ ਬੋਲਦੇ ਨੇ, ਕਿਤੇ ਕਿਤੇ ਨਹੀਂ ਵੀ। ਜਦੋਂ ਅਸੀਂ ਪਹਿਰਾ ਪੜ੍ਹਦੇ ਹਾਂ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ। ਉਹਦੇ ਵਿੱਚ ਇੱਕ ਸ਼ਬਦ ਬੋਲਿਆ ਜਾਂਦਾ ਜੀ ਕਿ ਜਿਨ੍ਹਾਂ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਏ, 1.25 ਮਣ ਪੀਸਣੇ ਪੀਸੇ, ਕਈ ਕਈ ਦਿਨ ਭੁੱਖੇ ਪਿਆਸੇ ਰਹਿ ਕੇ ਜੀਵਨ ਬਤੀਤ ਕੀਤਾ, ਤਿਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਉਹ ਆਈ ਜਥੇਬੰਦੀ ਚੋਂ ਹਨ। ਇਹ ਉਹ ਜਥੇਬੰਦੀ ਹੈ ਜਾਂ ਉਹ ਗੁਰੂ ਕੇ ਸਿੱਖ ਨੇ, ਉਹ ਮਰਜੀਵੜੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਵੀ ਮਾਲਕ ਦਾ ਸ਼ੁਕਰ ਮਨਾਇਆ ਹੈ। ਤੁਹਾਨੂੰ ਸੋਚ ਕੇ ਵੇਖੋ, ਕਿਤੇ ਨਾ ਕਿਤੇ ਅੰਸ਼ ਬਾਕੀ ਹੈ। ਜੇ ਬੱਚੀ ਹਰਦਲੇਰ ਕੌਰ ਆਈ ਤੇ ਥੋੜਾ ਸਮਾਂ ਪਾ ਕੇ ਜਿੰਨਾ ਵੀ ਮਾਲਕ ਨੇ ਬਖਸ਼ਿਆ ਸੰਸਾਰ ਤੋਂ ਚਲੀ ਗਈ, ਤੇ ਪਰਿਵਾਰ ਨੇ ਭਾਣਾ ਮੰਨਿਆ ਤੇ ਗੁਰੂ ਮਿਹਰ ਕਰੇ ਮੰਨਣ ਦੀ ਤੌਫੀਕ ਬਖਸ਼ੇ। ਇੱਕ ਘਟਨਾ ਲਿਖੀ ਜੀ ਕਿਸੇ ਨੇ, ਬੜੀ ਪਿਆਰੀ, ਉਹ ਰਿਲੇਟਡ ਹੈ ਥੋੜੀ ਜਿਹੀ, ਮੈਂ ਤਾਂ ਬੇਨਤੀ ਕਰ ਲੱਗਾ। ਹੈ ਉਹ ਈਸਾਈ ਮਤ ਨਾਲ ਸੰਬੰਧਿਤ। ਘਟਨਾ ਕੀ ਹੈ? ਇੱਕ ਮਾਂ ਹੈ, ਉਹਦੀ ਆਰਬਲਾ ਹੈ 35 ਕੁ ਸਾਲ ਦੀ। ਉਹਦਾ ਪਤੀ ਉਹਨੂੰ ਛੱਡ ਕੇ ਚਲਾ ਗਿਆ। ਉਹਦੇ ਕੋਲ ਇੱਕ ਬੱਚੀ ਹੈ ਛੋਟੀ, 12 ਕੁ ਸਾਲ ਦੀ ਬੱਚੀ ਸੀ, ਪਰ ਉਸ ਬੱਚੀ ਦੀ ਵੀ 12 ਸਾਲ ਦੀ ਉਮਰ 'ਚ ਆ ਕੇ ਮੌਤ ਹੋ ਗਈ। ਹੋਰ ਨਾ ਕੋਈ ਸੰਤਾਨ ਹੈ, ਨਾ ਕੋਈ ਯਾਰ ਪਰਿਵਾਰ, ਪਤੀ ਛੱਡ ਕੇ ਚਲਾ ਗਿਆ। ਹੁਣ ਦੇਖਿਆ ਜਾਵੇ ਸੰਸਾਰੀ ਪੱਖ ਤੋਂ ਬੜਾ ਵੱਡਾ ਦੁੱਖ ਹੈ। ਔਰਤ ਦੇ ਰੂਪ ਵਿੱਚ ਖਾਸ ਤੌਰ ਤੇ ਕੱਲੀ ਕਹਿਰੀ, ਨਾ ਕੋਈ ਆਰ, ਨਾ ਪਰਿਵਾਰ, ਨਾ ਸਕਿਆਂ ਦਾ ਸਹਾਰਾ, ਨਾ ਆਪਣੇ ਦਾ, ਨਾ ਬਿਗਾਨੇ ਦਾ। ਜਿਹੜੀ ਇੱਕ ਧੀ ਸੀ, ਇੱਕ ਛੋਟੀ ਬੱਚੀ ਸੀ, ਜਿਹਦੇ ਆਸਰੇ ਤੇ, ਜਿਹਨੂੰ ਵੇਖ ਕੇ ਜ਼ਿੰਦਗੀ ਜੀ ਰਹੀ ਸੀ, ਜਿਹਦੇ ਨਾਲ ਖੁਸ਼ੀਆਂ ਦੁੱਖ ਸੁੱਖ ਸਾਂਝੇ ਕਰਕੇ ਚੱਲ ਰਹੀ ਸੀ, ਉਹ ਵੀ ਜਦੋਂ ਸੰਸਾਰ ਤੋਂ ਚਲੀ ਗਈ, ਕਹਿੰਦੇ ਉਹ ਚਰਚ ਵਿੱਚ ਚਲੀ ਗਈ। ਉਹਨੇ ਪਾਦਰੀ ਨੂੰ ਜਾ ਕੇ ਕਿਹਾ ਵੀ ਮੇਰੀ ਪ੍ਰੇਅਰ ਕਰੋ। ਤੇ ਪ੍ਰੇਅਰ ਕਾਹਦੀ ਕਰਨੀ ਹੈ? ਅੱਜ ਤੁਸੀਂ ਮੇਰੇ ਗੋਡ ਅੱਗੇ ਮੇਰੇ ਵੱਲੋਂ ਥੈਂਕਸ ਕਰਨਾ। ਉਹ ਕਹਿੰਦਾ ਵੀ ਕਿਉਂ? ਕਹਿੰਦੇ ਮੇਰੀ ਬੱਚੀ ਚਲੀ ਗਈ, ਉਹਦੀ ਡੈਥ ਹੋ ਗਈ, ਬੱਚੀ ਦੀ ਮੌਤ ਹੋ ਗਈ, ਤੇ ਸ਼ੁਕਰ ਕਰੋ। ਕਹਿੰਦੇ ਪਾਦਰੀ ਵੀ ਹੈਰਾਨ ਰਹਿ ਗਿਆ, ਬਈ ਤੇਰੀ ਬੱਚੀ ਚਲੀ ਗਈ ਛੋਟੀ, ਹੋਰ ਤੇਰਾ ਆਰ ਪਰਿਵਾਰ ਵੀ ਨਹੀਂ, ਤੇ ਤੂੰ ਕਹਿੰਦੀ ਸ਼ੁਕਰਾਨਾ? ਕਹਿੰਦੀ ਹਾਂ। ਉਹ ਕਹਿੰਦੇ ਸ਼ੁਕਰਾਨਾ ਕਰੋ ਪਾਦਰੀ ਜੀ, ਇਸ ਗੱਲ ਦਾ ਸ਼ੁਕਰ ਕਰੋ ਵੀ ਹੇ ਪ੍ਰਭੂ, ਮੈਂ ਇਸ ਸੰਸਾਰ ਵਿੱਚ ਆਈ,
ਤੇ ਮੈਨੂੰ ਕੁਝ ਲੋਕ ਮਿਲੇ, ਜੀਵਨ ਸਾਥੀ ਮਿਲੇ, ਮਾਂ ਬਾਪ ਮਿਲੇ, ਪਰ ਸਮਾਂ ਪਾ ਕੇ ਸਾਥ ਛੱਡਦੇ ਗਏ। ਇੱਕ ਆ ਛੋਟੀ ਬੱਚੀ ਮਿਲੀ, ਸਭ ਤੋਂ ਵੱਧ ਸਮਾਂ ਇਸ ਬੱਚੀ ਨੇ ਮੇਰੇ ਨਾਲ ਬਤੀਤ ਕੀਤਾ ਹੈ। ਤੁਸੀਂ ਮਿਹਰ ਕੀਤੀ, ਕਿਰਪਾ ਕੀਤੀ, ਇਸ ਸੰਸਾਰ ਰੂਪੀ ਜੰਗਲ 'ਚ ਵਿਚਰਨ ਵਾਸਤੇ ਮੈਨੂੰ ਇੱਕ ਸਹਾਰਾ ਬੱਚੀ ਦੇ ਰੂਪ 'ਚ ਦਿੱਤਾ, ਜਿਹੜਾ ਮੇਰੇ ਨਾਲ 12 ਸਾਲ ਰਿਹਾ। ਤੁਸੀਂ ਜਿਹੜਾ 12 ਸਾਲ ਮੈਨੂੰ ਬੱਚੀ ਦਾ ਸਹਾਰਾ ਦਿੱਤਾ, ਮੈਂ ਤੁਹਾਡਾ ਥੈਂਕਸ ਕਰਨ ਆਈ ਹਾਂ। ਜੇ ਇਹ ਬਚਪਨ 'ਚ ਚਲੀ ਜਾਂਦੀ ਮੈਂ ਕੀ ਕਰ ਲੈਂਦੀ, ਮੈਨੂੰ ਨਾ ਮਿਲਦੀ ਤੇ ਮੈਂ ਕੀ ਕਰ ਲੈਂਦੀ। ਕਹਿਣ ਤੋਂ ਭਾਵ ਕੀ ਹੈ, ਜਿਹਨੇ ਸ਼ੁਕਰ ਕਰਨਾ ਜੀ ਨਾ, ਉਹ ਹਰ ਹਾਲ ਵਿੱਚ ਕਰ ਜਾਏਗਾ। ਔਰ ਜਿਹਨੇ ਸ਼ਿਕਵੇ ਦੇਣੇ ਨੇ, ਉਲਾਮੇ ਦੇਣੇ ਨੇ, ਉਹ ਤੇ ਲੈਣ ਤੋਂ ਬਾਅਦ ਵੀ ਰੱਬ ਦੇ ਅੱਗੇ ਸ਼ਿਕਵੇ ਕਰਦੇ ਰਹਿੰਦੇ ਨੇ ਵੀ ਹਾਏ ਜੀ ਮੈਨੂੰ ਘੱਟ ਮਿਲ ਗਿਆ, ਉਹਨੂੰ ਵੱਧ ਮਿਲ ਗਿਆ, ਉਹਨੂੰ ਵਧੀਆ ਮਿਲਿਆ, ਮੈਨੂੰ ਘਟੀਆ ਮਿਲਿਆ। ਮਿਲੇ ਤਾਂ ਸ਼ੁਕਰ ਤੇ ਕੀਤਾ ਨਹੀਂ, ਇਸ ਤੇ ਉਲਾਮਿਆਂ 'ਚ ਹੀ ਬਤੀਤ ਹੋ। ਪਰ ਗੁਰੂ ਕਹਿੰਦੇ ਨੇ ਉਲਾਹਨੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਮੈਂ ਤੇਰੇ ਕੀਤੇ ਨੂੰ ਮਿੱਠਾ ਕਰਕੇ ਮੰਨਿਆ, ਮੈਂ ਉਲਾਮੇ ਵਾਲੇ ਪਾਸੇ ਤੁਰਿਆ ਹੀ ਕਦੇ ਕੋਈ ਨਹੀਂ। ਕਿਉਂ? ਕਿਉਂਕਿ ਪਤਾ ਹੈ ਸਰੀਰ ਹੈ ਕੀ ਹੈ। ਸਰੀਰ ਨੂੰ ਤੁਸੀਂ ਕੀ ਮੰਨਦੇ ਹੋ? ਅਸੀਂ ਬੇਸ਼ੱਕ ਇਹਨੂੰ ਬੜਾ ਕੁਝ ਮੰਨਦੇ ਹਾਂ, ਪਰ ਗੁਰੂ ਤੇ ਇੰਨੀ ਗੱਲ ਕਹਿੰਦੇ ਨੇ, ਕਬੀਰਾ ਧੂਰ ਸਕੇਲ ਕਹਿ ਪੁਰੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ, 4 ਦਿਵਸ ਕੇ ਪਾਹੁਨੇ ਪ੍ਰਾਹੁਣੇ ਮਹਿਮਾਨ, ਵੱਡ ਵੱਡ ਰੁੰਦੈਂ ਠਾਉ। ਕਹਿੰਦੇ ਆਪਾਂ ਮਿੱਟੀ ਦੇ ਪੁਤਲੇ ਹਾਂ। ਰੱਬ ਨੇ ਥੋੜੀ ਜਿਹੀ ਧੂੜ ਇਕੱਠੀ ਕਰਕੇ ਇੱਕ ਦੇਹੀ ਦੀ ਪੁੜੀ ਬਣਾ ਦਿੱਤੀ, ਪਰ ਬੰਦਾ ਦੁਨੀਆ 'ਚ ਇਸ ਤਰ੍ਹਾਂ ਵਿਚਰਦਾ, ਗੁਮਾਨ ਕਰਦਾ, ਹੰਕਾਰ ਕਰਦਾ, ਇਸ ਤਰ੍ਹਾਂ ਫਿਰਦਾ ਵੀ ਜਿਵੇਂ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ ਇਹਨੇ। ਕਬਜ਼ੇ ਕਰਨ ਦੀਆਂ ਗੱਲਾਂ, ਲੜਾਈ ਝਗੜੇ ਦੀਆਂ ਗੱਲਾਂ, ਕੱਲ ਕਰੇ ਆਪਣੇ ਮਨੋਰਥ ਵਾਲੇ ਪਾਸੇ, ਮੰਜ਼ਿਲ ਵਾਲੇ ਪਾਸੇ ਧਿਆਨ ਹੀ ਕੋਈ ਨਹੀਂ। ਬਾਬਾ ਜੀ ਦੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਕੀ ਕਰਨ ਲੱਗ ਪਿਆ? ਕਹਿੰਦੇ ਛਾਰ ਜ਼ਹਿਰ ਸੁਆਹ ਇਕੱਠੀ ਕਰੀ ਜਾਂਦਾ ਸਾਰੀ ਉਮਰ। ਭਾਵ ਜੋ ਅਸੀਂ ਜਿਸ ਪਾਸੇ ਅਸੀਂ ਤੁਰੇ ਨਾ, ਬਾਬਾ ਜੀ ਕਹਿੰਦੇ ਆਪਣੀ ਨਜ਼ਰ ਮਾਰ ਕੇ ਵੇਖੋ, ਤੁਸੀਂ ਜਨਮ ਤੋਂ ਲੈ ਕੇ ਅੱਜ ਤੱਕ ਕੀ ਜੋੜਿਆ। ਬੰਦਾ ਕਹੇਗਾ ਜੀ ਮੇਰੇ ਬਾਪੂ ਨੇ ਮੈਨੂੰ 1000 ਦਿੱਤਾ ਸੀ, ਮੈਂ ਅੱਜ ਕਰੋੜ ਜੋੜ ਲਿਆ। ਬਾਪੂ ਨੇ ਇੱਕ ਕੇਵਲ ਛੋਟੀ ਜਿਹੀ ਪੈਲੀ ਸੀ, ਮੈਂ ਤੇ 20 ਕਿੱਲੇ ਬਣਾ ਲਏ, ਮੈਂ ਐਡੀ ਵੱਡੀ ਕੋਠੀ ਪਾ ਲਈ, ਮੇਰੇ ਕੋਲ ਅੱਜ ਕਾਰਾਂ, ਗੱਡੀਆਂ, ਮੋਟਰ, ਬੰਗਲਾ ਸਭ ਕੁਝ ਹੈ। ਮਹਾਰਾਜ ਕਹਿੰਦੇ ਬੜਾ ਅਗਿਆਨੀ ਹੈ, ਪਰ ਤੈਨੂੰ ਪਤਾ ਨਹੀਂ ਇਹ ਸਾਰਾ ਕੁਝ ਕੀ ਹੈ। ਇਹ ਜ਼ਹਿਰ ਹੈ, ਇਹ ਸਵਾਹ ਹੈ। ਕਿਉਂ? ਇਹ ਨਾਲ ਨਹੀਂ ਜਾਣੀ, ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਛਾਰ ਮੀਨ ਸਵਾਹ, ਵਿਖਿਆ ਮੀਨ ਜ਼ਹਿਰ। ਕਹਿੰਦੇ ਜਿਹੜੀ ਚੀਜ਼ ਨਾਲ ਹੀ ਨਹੀਂ ਜਾਣੀ, ਉਹ ਜ਼ਹਿਰ ਇਕੱਤਰ ਕਰਕੇ ਬਹਿ ਗਿਆ, ਸੁਆਹ ਇਕੱਠੀ ਕਰਕੇ ਬਹਿ ਗਏ। ਉਹ ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਸਾਰ ਮੀਨ ਸੰਭਾਲ, ਇਕੱਤਰ ਕਰ, ਇਹਨੂੰ ਜੋੜ, ਜਿਹੜਾ ਤੇਰੇ ਨਾਲ ਜਾਏਗਾ। ਕਿੱਥੇ ਜਾਏਗਾ? ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਇ। ਜਿੱਥੇ ਇਹ 5 ਵੱਡੇ ਰਿਸ਼ਤੇ, ਮਾਤਾ ਦਾ, ਪਿਤਾ ਦਾ, ਪੁੱਤਰ ਦਾ, ਭਰਾ ਦਾ, ਇਹ ਰਿਸ਼ਤੇ ਵੀ ਜਿੱਥੇ ਸਾਥ ਨਹੀਂ ਦੇਣਗੇ, ਉੱਥੇ ਨਾਮ ਸਹਾਈ ਹੋਵੇਗਾ। ਸੱਜਣ ਠੱਗ ਨਾਲ ਗੁਰੂ ਨਾਨਕ ਸਾਹਿਬ ਬੈਠੇ ਨੇ, ਉਹਨਾਂ ਦਾ ਸੀ 550 ਸਾਲਾਂ ਮਰਨਾ। ਸੱਜਣ ਠੱਗ ਨੂੰ ਬੈਠਿਆਂ ਇਹ ਗੱਲ ਕਹੀ ਸੀ, ਬੇਸ਼ੱਕ ਜੋੜ ਜੋੜ ਕੇ ਬੰਦੇ ਮਾਰ ਮਾਰ ਕੇ, ਲੁੱਟ ਲੁੱਟ ਕੇ ਕਰੋੜਾਂ ਲੱਖਾਂ ਤੱਕ ਪਹੁੰਚ ਗਿਆ, ਪਰ ਇਹ ਨਾਲ ਨਹੀਂ ਜਾਣਾ, ਸਾਥ ਨਹੀਂ ਦੇਗਾ। ਤੇਰੀ ਹਾਮੀ ਇਹਨੇ ਨਹੀਂ ਭਰਨੀ। ਇਹ ਤੇ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਤੇ ਕੀ ਕਰ? ਕਹਿੰਦੇ ਉਹਨੂੰ ਸੱਜਣ ਬਣਾ ਲੈ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇ ਸਨ। ਜਦੋਂ ਲੇਖਾ ਹੋਣਾ ਨਾ, ਨਾਲ ਕਿਸੇ ਨੇ ਨਹੀਂ ਖੜਨਾ, ਜਿਹਨੇ ਖੜਨਾ ਉਹਨੂੰ ਸੱਜਣ ਬਣਾਉਂਦਾ ਕੋਈ ਨਹੀਂ। ਗੁਰੂ ਸਾਨੂੰ ਜਗਾ ਰਹੇ ਨੇ, ਬਾਣੀ ਜਗਾ ਰਹੀ ਹੈ। ਕਹਿੰਦੇ ਆ ਜਨਮ ਤੇ ਮਰਨ ਇੱਕ ਖੇਡ ਹੈ ਮਾਲਕ ਦੀ ਜੀ, ਖੇਡ ਹੈ ਤੋਂ ਵੱਧ ਕੁਝ ਨਹੀਂ। ਹਕੀਕਤ ਤੇ ਮਹਾਰਾਜ ਕਹਿੰਦੇ ਇਹ ਹੈ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ। ਕੌਣ ਮੁਆ ਰੇ ਕੌਣ ਮੁਆ, ਉਹ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਅੱਗੇ ਚੱਲ ਪਿਆ। ਇਹ ਜੀਵ ਆਤਮਾ ਅੱਜ ਇਸ ਚੋਲੇ 'ਚ ਆਈ ਸੀ, ਪਰਤ ਕੇ ਕਿਸੇ ਹੋਰ ਵਿੱਚ ਚਲੀ ਗਈ, ਤੱਤ ਤੱਤਾਂ ਵਿੱਚ ਮਿਲ ਗਏ। ਤੂੰ ਕਿਸ ਚੀਜ਼ ਨੂੰ ਆਧਾਰ ਬਣਾ ਕੇ ਰੋ ਰਿਹਾ? ਜਾਗ, ਸੁਚੇਤ ਹੋ, ਆਪਣੇ ਜੀਵਨ ਨੂੰ ਉਸ ਮਾਲਿਕ ਦੇ ਚਰਨਾਂ ਨਾਲ ਜੋੜ ਲੈ, ਤਾਂ ਕਿ ਤੇਰੀ ਜ਼ਿੰਦਗੀ ਦੇ ਇਹ ਤਮਾਮ ਝਮੇਲੇ, ਜੀ ਜੰਜਾਲ, ਦੁੱਖਾਂ ਤੋਂ ਛੁਟਕਾਰਾ ਹੋ ਜਾਏ। ਗੁਰੂ ਚਰਨਾਂ ਨਾਲ, ਸ਼ਬਦ ਨਾਲ ਜੁੜਿਆਂ ਸਾਡਾ ਜੀਵਨ ਜੋ ਹੈ ਉਹ ਮਾਲਿਕ ਦੀ ਬੰਦਗੀ ਕਰਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਹੋ ਜਾਂਦਾ ਹੈ। ਸਤਿਗੁਰ ਦਇਆ ਕਰਨ, ਕਿਰਪਾ ਕਰਨ। ਸਾਡੀ ਅਰਦਾਸ ਹੈ ਮਹਾਰਾਜ ਜੀ ਦੇ ਚਰਨਾਂ 'ਚ, ਇਹ ਬੇਨਤੀ ਆਪਾਂ ਹੁਣ ਕਰਨੀ ਵੀ ਹੈ। ਗਰੀਬ ਨਿਵਾਜ, ਬੇਸ਼ੱਕ ਉਹ ਜਿੰਦ ਬੜੀ ਛੋਟੀ ਸੀ, ਉਮਰ ਤੁਸੀਂ ਬਹੁਤ ਥੋੜ੍ਹੀ ਜਿਹਾ, ਸਵਾਸ ਸਮਾਂ ਬਹੁਤ ਥੋੜ੍ਹਾ ਬਖਸ਼ਿਆ, ਪਰ ਜਿਵੇਂ ਤੈਨੂੰ ਪਾਉਂਦਾ ਤੂੰ ਉਨਾ ਹੀ ਕੀਤਾ। ਸਾਡਾ ਇੱਥੇ ਜ਼ੋਰ ਨਹੀਂ ਹੈ, ਮੇਰੇ ਹਰ ਜਿਉ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼।
ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਸਾਨੂੰ ਬਖਸ਼ ਲੈ, ਬਖਸ਼ ਲੈ, ਬਖਸ਼ ਲੈ। ਮਿਹਰ ਕਰੇ ਗੁਰੂ ਮਾਲਕ, ਉਸ ਨਿੱਕੀ ਆਤਮਾ ਨੂੰ, ਉਸ ਵਿਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ੇ, ਤੇ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਤੇ ਮਿਹਰ ਕਰੇ, ਤਰਸ ਕਰੇ, ਫੇਰ ਤੋਂ ਇਹਨਾਂ ਦੀ ਜ਼ਿੰਦਗੀ 'ਚ ਕੋਈ ਚੰਗੀ ਮਹਾਰਾਜ ਮਿਹਰ ਵਰਤਾਏ। ਇਸ ਫੁਲਵਾੜੀ 'ਚ ਹੋਰ ਫੁੱਲ ਖਿੜੇ ਮਹਿਕੇ, ਜਿਹੜਾ ਗੁਰੂ ਚਰਨਾਂ ਨਾਲ ਜੁੜੇ, ਸੰਸਾਰ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਲੇ ਪਾਸੇ ਤੁਰੇ, ਤੇ ਸਾਡਾ ਆਉਣਾ ਸੰਸਾਰ ਵਿੱਚ ਤੇ ਸੁਣਨਾ ਤੇ ਸੁਣਾਉਣਾ ਸਫਲ ਹੋਵੇ। ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੇ ਦੁੱਖ ਨੂੰ ਵੰਡਾਇਆ। ਗੁਰੂ ਚਰਨਾਂ 'ਚ ਅਰਜ਼ੋਈ ਕਰਨ ਹਿਤ ਆਓ ਆਪਾਂ ਇਕੱਤਰ ਹੋਏ ਹਾਂ। ਆਨੰਦ ਸਾਹਿਬ ਜੀ ਦਾ ਪਾਠ ਹੋਏਗਾ, ਉਸ ਤੋਂ ਬਾਅਦ ਫਿਰ ਆਪਾਂ ਮਾਲਕ ਦੇ ਚਰਨਾਂ 'ਚ ਬੇਨਤੀ ਕਰਾਂਗੇ। ਇੱਥੇ ਹੀ ਸਮਾਪਤੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋ ਗਈਆਂ ਅਨੇਕ ਭੁੱਲਾਂ ਦੀ ਖਿਮਾ। ਪਾਓ ਫਤਿਹ ਦੀ ਸਾਂਝ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।